ਸਾਰੀ KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 6 ਜੁਲਾਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਯਾਨੀ ਕਿ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। ਸਟੂਡੀਓ ਦਾ ਨੰਬਰ ਹੈ G604 592 9191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਆਪਣੇ ਪ੍ਰੋਵਿੰਸ ਤੋਂ। ਦੇਖੋ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ BC ਦੇ ਵਿੱਚ ਫੈਮਿਲੀ ਡਾਕਟਰਸ ਦੀ ਕਾਫੀ ਜ਼ਿਆਦਾ ਘਾਟ ਹੈਗੀ ਆ। BC 'ਚ ਲਗਭਗ 1 ਮਿਲੀਅਨ ਜਾਂ 5 ਵਿੱਚੋਂ 1 ਵਿਅਕਤੀ ਫੈਮਿਲੀ ਡਾਕਟਰ ਤੋਂ ਬਿਨਾਂ। ਤੇ ਉਸ ਤੋਂ ਬਾਅਦ ਫਿਰ BC ਸਰਕਾਰ ਨੇ ਸੋਚਿਆ ਕਿ ਕੁਝ ਇਨਸੈਂਟਿਵਸ ਦਿੱਤੇ ਜਾਣ ਤਾਂ ਕਿ ਜਿਹੜੇ ਨਵੇਂ ਡਾਕਟਰ ਬਣਨ ਜਾ ਰਹੇ ਹੈਗੇ ਆ ਮੈਡੀਕਲ ਰੈਜ਼ੀਡੈਂਟਸ ਹੈਗੇ ਆ ਵੀ ਉਹ ਇੱਥੇ ਰਹਿ ਜਾਣ। ਉਹਨਾਂ ਨੇ ਨਾ ਇੱਕ $25,000 ਦਾ ਸਾਈਨਿੰਗ ਬੋਨਸ ਆਫਰ ਕੀਤਾ ਸੀ 2 ਇਅਰਸ ਕੰਟਰੈਕਟ ਡੀਲ ਦੇ ਲਈ। ਪਰ ਹੈਰਾਨੀ ਦੀ ਗੱਲ ਇਹ ਆ ਵੀ ਅਜੇ ਤੱਕ ਇੱਕ ਵੀ ਨਿਊ ਫੈਮਿਲੀ ਮੈਡੀਸਨ ਰੈਜ਼ੀਡੈਂਟ ਹਜੇ ਤੱਕ ਵੀ ਸਾਹਮਣੇ ਨਹੀਂ ਆਇਆ। ਕੋਈ ਵੀ ਮੈਡੀਸਨ ਰੈਜ਼ੀਡੈਂਟ ਅਜੇ ਤੱਕ ਸਾਹਮਣੇ ਨਹੀਂ ਆਇਆ। ਤੇ ਕੀ ਕਾਰਨ ਆ, ਤੁਹਾਨੂੰ ਕੀ ਲੱਗਦਾ ਡਾਕਟਰ ਸਾਹਿਬ ਵੀ ਕਿਉਂ ਨਹੀਂ ਅੱਗੇ ਆ ਕੇ ਉਹ ਇਹ ਜਿਹੜੀ ਆਫਰ ਹੈ ਇਹਨੂੰ ਐਕਸੈਪਟ ਕਰ ਰਹੇ ਹੈਗੇ? ਅਸੀਂ ਅੱਗੇ ਵੀ ਗੱਲ ਕੀਤੀ ਕਿ ਜਦੋਂ ਵੀ ਕੋਈ ਪਾਲਿਸੀ ਬਣਾਉਂਦੇ ਆ ਨਾ ਉਹਦੇ ਵਿੱਚ ਸਟੇਕ ਹੋਲਡਰਸ ਨੂੰ ਜ਼ਰੂਰ ਪੁੱਛਣਾ ਚਾਹੀਦਾ। ਹਾਂਜੀ, ਜਿਨ੍ਹਾਂ ਨੇ ਕੰਮ ਕਰਨਾ ਆ, ਜਿਹੜੇ ਉਹ ਪ੍ਰੋਫੈਸ਼ਨ ਦੇ ਨਾਲ ਆ। ਜਿਵੇਂ ਮੈਡੀਕਲ ਡਾਕਟਰਸ ਦੀ ਇੱਥੇ ਇੱਕ ਪ੍ਰੋਫੈਸ਼ਨਲ ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਉਸੇ ਹੀ ਦਿਨ ਕਿਹਾ ਸੀ ਜਿਸ ਦਿਨ AD ਇੰਡੈਕਸ ਇਹਨੂੰ ਅਨਾਉਂਸ ਕਰ ਰਿਹਾ ਸੀ। ਉਹ ਕਹਿੰਦੇ ਵੀ ਸਾਨੂੰ ਤਾਂ ਪੁੱਛਿਆ ਨਹੀਂ ਤੇ ਨਾ ਹੀ ਸਾਨੂੰ ਪਤਾ ਹੈ ਕੁਝ। ਮਤਲਬ ਜੇ ਤੁਸੀਂ ਸਟੇਕ ਹੋਲਡਰਸ ਨਾਲ ਨਹੀਂ ਗੱਲ ਕਰਦੇ, AD ਇੰਡੈਕਸ ਤਾਂ ਮੈਡੀਕਲ ਡਾਕਟਰ ਨਹੀਂ ਹੈ, ਨਾ ਮੈਡੀਕਲ ਪ੍ਰੋਫੈਸ਼ਨ ਬਾਰੇ ਕੁਝ ਪਤਾ ਉਹਨਾਂ ਨੂੰ। ਤੇ ਚਲੋ ਮੰਤਰੀ ਬਣ ਗਏ ਆ, ਉਹ ਜੁਦੀ ਗੱਲ ਹੈ। ਇਲੈਕਟਡ ਹੋਏ ਆ ਤਾਂ ਇਲੈਕਟ ਹੋ ਕੇ ਉਹਨਾਂ ਨੇ ਮੰਤਰੀ ਪਦ ਦਾ ਦਿੱਤਾ ਇਹਨਾਂ ਨੂੰ ਅਹੁਦਾ। ਪਰ ਜੇ ਤੁਸੀਂ ਤੁਹਾਡਾ ਬਿਊਰੋਕਰੈਟ ਡਿਪਟੀ ਮਿਨਿਸਟਰ ਨੇ ਕੱਢੀ ਹੋਣੀ ਆ, ਉਹ AD ਇੰਡੈਕਸ ਦੀ ਵੀ ਨਹੀਂ ਹੋਣੀ। ਉਹਨਾਂ ਨੇ ਬਣਾਤੀ ਕਿ ਇਹ ਤਰੀਕਾ ਹੈਗਾ ਲੋਕਾਂ ਨੂੰ ਅਟਰੈਕਟ ਕਰਨ ਦਾ। ਔਰ $25,000 ਲੱਗਦਾ ਆਮ ਬੰਦੇ ਨੂੰ ਬਹੁਤਾ, ਪਰ ਇੱਕ ਡਾਕਟਰ ਨੂੰ ਲੱਗਦਾ ਕਿ ਮੈਂ ਇਹ ਸਾਈਨਿੰਗ ਬੋਨਸ ਲਈ $25,000 ਲੈ ਕੇ ਫਸ ਜਾਊਂਗਾ ਕਿਤੇ ਸਮਾਲ ਕਮਿਊਨਿਟੀ ਦੇ ਵਿੱਚ। ਪਤਾ ਨਹੀਂ ਕਿੱਥੇ ਹੋਣੀ ਲੋਕੇਸ਼ਨ, ਕਿੱਦਾਂ ਦੀ ਹੋਣੀ ਆ। ਫਿਰ ਮੈਨੂੰ ਉੱਥੋਂ ਜਾਣਾ ਪਊਗਾ, ਬਾਅਦ ਦੇ ਵਿੱਚ ਆਪਣੇ ਪੇਸ਼ੈਂਟਸ ਅਬੈਂਡਨ ਕਰਨੇ ਪੈਣੇ ਆ। ਇਹ ਗੱਲਾਂ ਸੋਚਣੀਆਂ ਪੈਂਦੀਆਂ ਉਹਨਾਂ ਨੂੰ ਪਹਿਲਾਂ। ਤੇ ਇੱਕ ਡਾਕਟਰ ਜਿਹੜਾ ਨਵਾਂ ਹੀ ਆ ਰਿਹਾ ਉਹਦੇ ਸਿਰ ਬਹੁਤ ਸਟੂਡੈਂਟ ਲੋਨ ਹੈ। ਹਾਂਜੀ, ਤੇ ਉਹਨੇ ਸਟੂਡੈਂਟ ਲੋਨ ਵੀ ਵਾਪਸ ਦੇਣਾ। ਕੈਨ ਯੂ ਇਮੈਜਿਨ ਵੀ ਸਾਡਾ ਸੂਬਾ ਇੱਥੇ 52 ਲੱਖ ਦੀ ਆਬਾਦੀ ਹੈ, ਇੱਥੇ ਸਿਰਫ ਇੱਕ ਮੈਡੀਕਲ ਕਾਲਜ ਹੈ। ਹਾਂਜੀ, ਤੇ ਕਿਊਬਾ ਦੇ ਵਿੱਚ 21 ਮੈਡੀਕਲ ਕਾਲਜ ਹੈ। 21। ਉਹ ਦੁਨੀਆ ਭਰ ਦੇ ਵਿੱਚ ਜਦੋਂ ਕਿਤੇ ਅਫਰੀਕਾ ਵਗੈਰਾ 'ਚ, ਖਾਸ ਤੌਰ ਤੇ ਸਾਊਥ ਅਫਰੀਕਾ 'ਚ, ਅਮਰੀਕਾ 'ਚ ਜੇ ਕਿਤੇ ਨੂੰ ਕਿਸੇ ਚੀਜ਼ ਦੀ ਵੀ ਲੋੜ ਪੈਂਦੀ ਹੈ ਨਾ, ਇੱਕ ਵਾਰ SARS ਦੀ ਵਾਇਰਸ ਦੌਰਾਨ ਉਹਨਾਂ ਨੇ ਅਫਰੀਕਾ ਵਾਲਿਆਂ ਨੇ ਕਿਹਾ ਸੀ ਕਿ ਸਾਨੂੰ ਮੈਡੀਕਲ ਚੀਜ਼ਾਂ ਦੀ ਲੋੜ ਹੈ। ਵੈਸਟਰਨ ਕੰਟਰੀਜ਼ ਦਾ ਭੇਜੀ ਉਹਨਾਂ ਨੂੰ ਮੈਡੀਸਨ ਭੇਜਤੀ, ਕਿਊਬਾ ਵਾਲਿਆਂ ਨੇ ਡਾਕਟਰ ਭੇਜੇ। ਹਾਂਜੀ, ਤਾਂ ਉਹ ਅਫਰੀਕਨ ਨੇਸ਼ਨਸ ਨੇ ਕਿਹਾ ਕਿ ਸਾਨੂੰ ਐਕਚੁਅਲੀ ਡਾਕਟਰ ਚਾਹੀਦੇ ਸੀ, ਜਿਹੜੀ ਮੈਡੀਸਨ ਤਾਂ ਅਸੀਂ ਖਰੀਦ ਲੈਣੀ। ਹਾਂਜੀ, ਮੈਡੀਸਨ ਦਾ ਫਾਇਦਾ ਕੋਈ ਨਹੀਂ ਹੈ ਨਾ ਸ਼ੈਲਫ ਤੇ ਪਈ ਦਾ। ਇਹ ਡਾਕਟਰਸ ਆ ਜਿਹੜੇ ਪ੍ਰਸਕ੍ਰਾਈਬ ਕਰਨਗੇ। ਹਾਂਜੀ, ਡਾਕਟਰਸ ਨਹੀਂ ਤਾਂ ਇਲਾਜ ਕਰਨਾ, ਦੂਸਰਿਆਂ ਲਈ ਭੇਜ ਰਹੇ ਆ। ਉਹ ਸਾਡੇ ਤੋਂ ਆਪਣੇ ਜੋਗੇ ਵੀ ਹੈ ਨਹੀਂ। ਹਾਂਜੀ, ਇਹ G7 'ਚ ਭੰਗੜੇ ਪਾਉਂਦੇ ਫਿਰਦੇ। ਹਾਂਜੀ ਡਾਕਟਰ ਸਾਹਿਬ। ਤੇ ਇਹਨਾਂ ਦੇ ਕੋਲ ਇੱਕ ਆ ਸਾਡੇ ਗੁਆਂਢੀ ਮੁਲਕ ਸੂਬਾ ਆ ਅਲਬਰਟਾ, ਉਹਨਾਂ ਦੀ ਆਬਾਦੀ ਹੈਗੀ 42 ਲੱਖ, ਸਾਡੇ ਤੋਂ 10 ਲੱਖ ਘੱਟ ਆ। ਉਹਨਾਂ ਦੇ ਕੋਲ 2 ਮੈਡੀਕਲ ਕਾਲਜ ਆ। ਹਾਂਜੀ, ਟੋਟਲ 17 ਮੈਡੀਕਲ ਕਾਲਜ ਆ ਕੈਨੇਡਾ ਦੇ ਵਿੱਚ। ਇੱਥੋਂ ਤੁਸੀਂ ਹਰ ਇੱਕ ਬੰਦਾ ਜਿਹੜਾ ਸੁਣਦਾ ਉਹ ਜ਼ਰੂਰ ਕਿਸੇ ਨਾ ਕਿਸੇ ਨੂੰ ਜਾਣਦਾ ਹੋਣਾ ਜਿਨ੍ਹਾਂ ਨੇ ਆਪਣਾ ਬੱਚਾ ਕੈਰੀਬੀਅਨ ਭੇਜਿਆ ਆ, ਆਇਰਲੈਂਡ ਭੇਜਿਆ, ਈਸਟਰਨ ਯੂਰਪ 'ਚ ਭੇਜਿਆ, ਜਾਂ ਇੰਡੀਆ 'ਚ ਭੇਜਦੇ ਆ। ਮਨੀਪੁਰ ਆ ਉੱਥੇ। ਹਾਂਜੀ, ਮੈਡੀਕਲ ਕਾਲਜ ਤਾਂ ਉੱਥੇ ਬਹੁਤ ਆ ਇੰਡੀਆ ਦੇ ਵਿੱਚ। ਮਨੀਪੁਰ ਵਾਲਾ ਸਪੈਸ਼ਲ ਆ
ਕਿਉਂਕਿ ਉਹਨਾਂ ਨੂੰ US ਦੇ ਵਿੱਚ ਰੈਜ਼ੀਡੈਂਸੀ ਮਿਲ ਜਾਂਦੀ। ਇਹ ਜਿਹੜੇ ਇੱਥੋਂ ਬੱਚੇ ਜਾਂਦੇ ਆ ਜਿਨ੍ਹਾਂ ਤੇ ਲੱਖਾਂ ਹੀ ਡਾਲਰ ਖਰਚਦੇ ਆ ਪੇਰੈਂਟਸ ਉਹਨਾਂ ਦੇ, ਜੇ ਕੈਨੇਡੀਅਨ ਸਰਕਾਰ ਨੂੰ ਇੰਨੀ ਅਕਲ ਹੈ ਨਹੀਂ ਕਿ ਤੁਸੀਂ ਇਹਨਾਂ ਦੀ ਰੈਜ਼ੀਡੈਂਸੀ ਤਾਂ ਇੱਥੇ ਕਰਾ ਲਓ, ਉਹ ਡਾਕਟਰ ਬਣ ਕੇ ਆਉਂਦੇ ਆ ਸਿੱਧੇ US ਦੇ ਵਿੱਚ ਜਾਂਦੇ। ਹਾਂਜੀ, ਉਹਨਾਂ ਨੂੰ ਜੇ ਤੁਸੀਂ ਇੱਥੇ ਸੱਦੋਗੇ ਰੈਜ਼ੀਡੈਂਸੀ ਕਰਾਓਗੇ, ਜਿੱਦਾਂ ਫੋਰਨ ਡਾਕਟਰਸ ਇੱਥੇ ਆਉਂਦੇ ਆ, ਕਈ ਨਿਰਾਸ਼ ਹੋ ਕੇ ਕੁਝ ਹੋਰ ਕਰਨ ਲੱਗ ਪੈਂਦੇ, ਕਿਉਂਕਿ ਹਰੇਕ ਸਾਲ ਉਹਨਾਂ ਨੂੰ ਇੱਕ ਤਾਂ ਮੈਡੀਕਲ ਐਗਜ਼ਾਮ ਲਿਖਣਾ ਪੈਂਦਾ। ਹਾਂਜੀ, ਤੇ ਮੈਡੀਕਲ ਐਗਜ਼ਾਮ ਲਿਖੇ ਤੋਂ ਬਾਅਦ ਫਿਰ ਰੈਜ਼ੀਡੈਂਸੀ ਵਿੱਚ ਪ੍ਰਾਇੋਰਟੀ ਮਿਲਦੀ ਹੈ BC ਵਾਲਿਆਂ ਨੂੰ, ਜਿਹੜੇ UBC ਦੇ ਗ੍ਰੈਜੂਏਟ ਆ। ਜੇ ਕੋਈ ਵੇਕੈਂਸੀ ਹੋਵੇ ਉਹਨਾਂ ਨੂੰ ਮਿਲਦੀ ਹੈ, ਨਹੀਂ ਤਾਂ ਉਹਨਾਂ ਦੀ ਵਾਰੀ ਨਹੀਂ ਆਉਂਦੀ। ਦੂਸਰੇ ਸਾਲ ਉਹ ਜਿਹੜਾ ਮੈਡੀਕਲ ਐਗਜ਼ਾਮ ਤੁਸੀਂ ਪਾਸ ਕੀਤਾ ਇਸ ਸਾਲ ਉਹ ਵੈਲਿਡ ਨਹੀਂ ਹੈ, ਅਗਲੇ ਸਾਲ ਇੱਕ ਹੋਰ ਲਿਖਣਾ ਪੈਣਾ। ਮਤਲਬ ਗੇਟ ਕੀਪਰ ਇੰਨੇ ਆ ਨਾ, ਇਹਨਾਂ ਨੇ ਉੱਚੇ ਉੱਚੇ ਗੇਟ ਬਣਾ ਕੇ ਰੱਖੇ ਹੋਏ ਆ। ਇਹਨਾਂ ਦੇ ਕੋਲ ਅੱਜ ਤਾਈਂ ਇਹ ਮੈਨੇਜ ਨਹੀਂ ਹੋ ਰਿਹਾ ਕਿ ਮੈਡੀਕਲ ਸਰਵਿਸਿਜ਼ ਜਿਹੜੀਆਂ ਇੱਕ ਪੈਂਡੈਮਿਕ ਨੇ ਕਲੈਪਸ ਕਰਕੇ ਰੱਖ ਦਿੱਤੀਆਂ ਜੀ। ਹੁਣ ਥਰੂ ਆਊਟ ਕੈਨੇਡਾ ਸਾਰੇ ਅੰਟੇਰੀਓ ਚ, ਇੱਥੇ ਸਸਕੈਚੁਆਨ, ਅਲਬਰਟਾ ਚ ਸਾਰੇ ਡਾਕਟਰ, ਸਾਰੇ ਹੈਲਥ ਸਾਇੰਸ ਵਾਲੇ ਉਹ ਰੌਲਾ ਪਾ ਰਹੇ ਆ ਕਿ ਸਾਡੇ ਸਿਸਟਮ ਨੂੰ ਅਸੀਂ ਕਹਿੰਦੇ ਸੀ ਸਾਰਿਆਂ ਨਾਲੋਂ ਬਿਹਤਰ ਆ, ਇਹ ਤਾਂ ਨਫੈਟ ਸਿਸਟਮ ਨਿਕਲਿਆ, ਇੱਕ ਪੈਂਡੈਮਿਕ ਨੇ ਇਹਨੂੰ ਮਾਰ ਕੇ ਰੱਖ ਦਿੱਤਾ। ਪੈਂਡੈਮਿਕ ਦੇ ਵਿੱਚ ਤਾਂ ਡਾਕਟਰ ਸਾਹਿਬ ਸਾਰਾ ਕੁਝ ਬਾਹਰ ਆਇਆ ਮੈਡੀਕਲ ਸਿਸਟਮ ਦਾ। ਸੋ ਪਤਾ ਤਾਂ ਉਦੋਂ ਹੀ ਲੱਗਦਾ, ਕਹਿੰਦੇ ਹੁੰਦੇ ਖੀਰ ਚੰਗੀ ਆ ਕਿ ਮਾੜੀ ਆ, ਉਹ ਖਾਣ ਤੇ ਪਤਾ ਲੱਗਣਾ ਨਾ। ਹਾਂਜੀ, ਹੁਣ ਉਹ ਸਮਾਂ ਸੀ ਕਿ ਸਾਰੇ ਲੋਕਾਂ ਨੂੰ ਲੋੜ ਪਈ ਸੀ ਜੀ, ਤੇ ਉਹ ਜਦੋਂ ਜਾਂਦੇ ਸੀ ਜਿਹੜੀਆਂ ਸਰਜਰੀਜ਼ ਨਾਰਮਲ ਹੋਣੀਆਂ ਚਾਹੀਦੀਆਂ ਸੀ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਕੈਂਸਰ ਸਰਜਰੀਜ਼ ਸੀ। ਹਾਂਜੀ, ਜਿਹੜੀਆਂ ਕਿ ਇਹਨਾਂ ਨੇ ਪੋਸਟਪੋਨ ਕੀਤੀਆਂ। ਜਦੋਂ ਤੁਸੀਂ ਕੈਂਸਰ ਦੇ ਨਾਲ ਇੱਕ ਤੁਹਾਡੇ ਕੋਈ ਕੈਂਸਰ ਦੀ ਬਿਮਾਰੀ ਸ਼ੁਰੂ ਹੋ ਗਈ ਆ, ਉਹ ਫੈਲਣੀ ਹੈ। ਹਾਂਜੀ, ਜੇ ਤੁਸੀਂ ਉਹਨੂੰ ਪਹਿਲਾਂ ਨਿਪ ਇਨ ਦੀ ਬੱਟ ਨਹੀਂ ਕਰਦੇ ਜੀ, ਸ਼ੁਰੂ ਦੇ ਵਿੱਚ ਉਹਨੂੰ ਮਾਰ ਸਕਦੇ। ਇਹ ਜੇ ਤੁਹਾਡਾ ਸਿਸਟਮ ਹੈ। ਇੱਥੇ ਇੱਕ ਲੜਕੀ, ਮੈਂ ਇੱਕ ਫਿਊਨਰਲ ਅਟੈਂਡ ਕਰਦਾ ਸੀ, ਉਸ ਬੰਦੇ ਨੂੰ ਕੈਂਸਰ ਹੋ ਗਈ। ਉਹਦੀ ਲੜਕੀ ਸ਼ਿਕਾਗੋ ਰਹਿੰਦੀ ਸੀ। ਉਹ ਕਹਿੰਦੀ ਕਿ ਉੱਥੇ ਜਿਹੜੀ ਟ੍ਰੀਟਮੈਂਟ ਮਿਲਦੀ ਆ ਕੈਂਸਰ ਦੀ, ਮੈਂ ਇੱਥੇ ਦੀ ਦੇਖੀ। ਉਹ ਵੈਨਕੂਵਰ ਦੀ ਗੱਲ ਕਰਦੀ ਸੀ, ਵੀ ਸਰੀ ਦੀ ਹੁੰਦੀ ਤਾਂ ਬਿਲਕੁਲ ਨਫੱਟੀ ਹੋਣੀ ਸੀ। ਵੈਨਕੂਵਰ ਦੇ ਵਿੱਚ ਜਿਹੜੀ ਉਹ ਬੰਦੇ ਨੂੰ ਟ੍ਰੀਟਮੈਂਟ ਮਿਲੀ, ਉਹ ਕਹਿੰਦੀ ਕਿ ਮੈਂ ਉੱਥੇ ਕੈਵਨ ਫਾਲਕਨ ਵੀ ਐਕਚੁਅਲੀ ਬੈਠਾ ਸੀ, ਅਗਲੇ BC ਲਿਬਰਲ ਦਾ ਲੀਡਰ, ਇਹ ਵੀ ਫਿਊਨਰਲ ਅਟੈਂਡ ਕਰਨ ਗਿਆ ਸੀ। ਉਹ ਕਹਿੰਦੀ ਮੈਂ ਇੰਨਾ ਮਾੜਾ ਸਿਸਟਮ ਕਦੇ ਦੇਖਿਆ ਹੀ ਨਹੀਂ, ਵੀ ਤੁਸੀਂ ਜਦੋਂ ਪਾਵਰ ਚ ਆਏ ਇੱਕ ਗੱਲ ਜ਼ਰੂਰ ਕਰਿਓ ਕਿ ਤੁਸੀਂ ਇਹਨੂੰ ਤਾਂ ਸੁਧਾਰ ਦਿਓ। ਮੈਂ ਸੋਚਿਆ ਮੈਨੂੰ ਪਤਾ ਨਹੀਂ ਵੀ ਇਹੀ ਤਾਂ ਵਿਗਾੜ ਕੇ ਗਏ ਆ, ਦੂਜਿਆਂ ਨੇ ਸੁਧਾਰਨਾ ਕੀ ਆ। ਉਹ NDP ਵਾਲਿਆਂ ਨੇ ਵੀ ਨਹੀਂ ਸੁਧਾਰਿਆ ਤਾਂ ਕੁਛ, ਪਰ ਵਿਗਾੜਨ ਵਾਲੇ ਵੀ ਆਹ ਹੀ ਆ ਜਿਹੜਾ ਮੋਹਰੇ ਬੈਠਾ ਸੀ। ਤੇ ਇਹਨਾਂ ਦੇ ਕੋਲ ਪਿੱਛੇ 30 ਸਾਲ ਹੋ ਗਿਆ ਇੱਥੇ ਦੂਜਾ ਹਸਪਤਾਲ ਬਣਾਉਂਦਿਆਂ ਨੂੰ, 30 ਤੋਂ ਵੀ ਜ਼ਿਆਦਾ ਹੁਣ ਤਾਂ ਹੋ ਗਿਆ। 91 ਦੇ ਵਿੱਚ ਪਹਿਲਾ ਪ੍ਰੋਮਿਸ ਕੀਤਾ ਸੀ ਇਹਨਾਂ ਨੇ, ਮਾਈਕ ਹਾਰਕੋਰਟ ਨੇ, ਜਦੋਂ ਪ੍ਰੀਮੀਅਰ ਬਣਿਆ, ਕਿ ਸਰੀ ਦੇ ਵਿੱਚ ਦੂਸਰਾ ਹਸਪਤਾਲ ਬਣੂਗਾ। ਫੇਰ ਜਾ ਕੇ ਕਰਦੇ ਕਰਾਉਂਦੇ ਇਹਨਾਂ ਨੇ ਇੱਕ ਵਾਰ ਜ਼ਮੀਨ ਲੈ ਲਈ ਇੱਥੇ 152 ਸਟਰੀਟ ਤੇ। ਫੇਰ ਉਹਦਾ ਵਾਅਦਾ ਕਰਦੇ ਰਹੇ, ਹਰੇਕ ਇਲੈਕਸ਼ਨ ਤੇ ਚੇਤਾ ਆਉਂਦਾ ਨਾ ਇਹਨਾਂ ਨੂੰ। ਇਲੈਕਸ਼ਨ ਦੇ ਵੇਲੇ ਕਹਿੰਦੇ ਨਾ ਅਸੀਂ ਦੂਸਰਾ ਹਸਪਤਾਲ ਬਣਾਉਣਾ, ਜਦੋਂ ਵੋਟਾਂ ਲੈਣੀਆਂ ਹੁੰਦੀਆਂ, ਵੋਟਾਂ ਲੈਣ ਨੂੰ ਵੋਟਾਂ ਪਾਉਂਦੇ ਆ, ਧੜਾ ਇੱਧਰ ਫਿਰਦੇ ਆ, ਕਦੇ ਉੱਧਰ ਫਿਰਦੇ ਆ। ਜਿਹੜੇ ਮਗਰ ਫਿਰਦੇ ਆ ਉਹਨਾਂ ਨੂੰ ਬਾਅਦ ਦੇ ਵਿੱਚ ਚੇਤਾ ਰੱਖਣਾ ਚਾਹੀਦਾ, ਉਹਨਾਂ ਦੇ ਘਰਦਿਆਂ ਨੂੰ ਵੀ ਪੁੱਛਣਾ ਚਾਹੀਦਾ ਵੀ ਤੈਨੂੰ ਕੀ ਗਵਰਨਰ ਜਨਰਲ ਬਣਾਤਾ ਇਹਨਾਂ ਨੇ। ਜਿਹੜੇ ਬੰਦੇ ਨੱਠੇ ਭੱਜੇ ਫਿਰਦੇ ਆ, ਤੇ ਜਾਂ ਤਾਂ ਤੁਹਾਡੀ ਕੋਈ ਯੋਗਤਾ ਹੋਵੇ ਜਿਹਦਾ ਕਰਕੇ ਤੁਹਾਨੂੰ ਅਪਾਇੰਟਮੈਂਟ ਦੇ ਦੇਣ ਜੀ, ਜਿਹਦੇ ਵਿੱਚ ਤੁਸੀਂ ਡਿਸੀਜਨ ਮੇਕਰ ਬਣ ਜਾਂਦੇ ਆ। ਹਾਂਜੀ, ਫੇਰ ਤਾਂ ਤੁਸੀਂ ਨੱਠ ਭੱਜ ਕਰ ਲਓ, ਠੀਕ ਹੈ। ਪਰ ਜੇ ਤੁਹਾਡੀ ਯੋਗਤਾ ਹੀ ਕੁਛ ਨਹੀਂ ਹੈ, ਟੈਂਪੂ ਵਾਲਾ ਨਕੋਦਰ ਦੇ ਵਿੱਚ ਤੁਹਾਨੂੰ ਕੰਡਕਟਰ ਰੱਖਣ ਲਈ ਤਿਆਰ ਨਹੀਂ ਹੈ, ਤਾਂ ਫੇਰ ਤੁਸੀਂ ਨੱਠੇ ਭੱਜੇ ਕਾਹਨੂੰ ਫਿਰਦੇ? ਹਾਂਜੀ, ਤੁਸੀਂ ਆਪਣੀ ਯੋਗਤਾ ਦੇਖ ਕੇ ਨੱਠੋ ਭੱਜੋ ਨਾ, ਵੀ ਗਾਹਾਂ ਕੁਛ ਬਣ ਜਾਣਾ। ਫੇਰ ਅੱਛਾ ਉਹਨਾਂ ਨੂੰ ਦੇਖਣਾ। ਇਹਨਾਂ ਦੇ ਕ੍ਰਿਸਟੀ ਕਲਾਰਕ ਦੀ ਸਰਕਾਰ ਬਣੀ, ਸਾਰੇ ਹੀ ਬੰਦੇ ਸਾਡੇ ਉਹਦੇ ਮਗਰ ਫਿਰਦੇ ਹੁੰਦੇ ਸੀ ਵੀ ਕ੍ਰਿਸਟੀ ਕਲਾਰਕ, ਉਹਨੇ ਜ਼ਮੀਨ ਵੇਚ ਦਿੱਤੀ। ਉਹ ਹਾਂਜੀ, ਇੱਕ ਨੇ ਜ਼ਮੀਨ ਖਰੀਦੀ, ਦੂਸਰੇ ਨੇ ਵੇਚਤੀ। ਚਲੋ ਕੁਛ ਤਾਂ ਕੰਮ ਕੀਤਾ ਨਾ। ਕਹਿੰਦੇ ਹੁੰਦੇ ਵੀ ਕੁਛ ਕੋਈ ਨਾ ਕੋਈ। ਰਸ਼ੀਆ ਦੀ ਇੱਕ ਕਹਾਵਤ ਸੁਣਾਉਂਦੇ ਹੁੰਦੇ, ਗੱਲ ਸੁਣਾਉਂਦੇ ਹੁੰਦੇ ਆ। ਉਹ ਕਹਿੰਦੇ ਕਿ ਉਹਨਾਂ ਦੀ ਡਿਕਟੇਟਰਸ਼ਿਪ ਸੀ ਨਾ,
ਤੇ ਉਹ ਗੱਡੀ ਕੋਈ ਆ ਰਹੀ ਸੀ, ਗੱਡੀ ਦੇ ਵਿੱਚ ਨੁਕਸ ਪੈ ਗਿਆ। ਉਸ ਕਿਤੇ ਡਿਕਟੇਟਰ ਨੇ ਪਹਿਲੇ ਨੇ ਕਿਹਾ ਵੀ ਜਿਹੜੇ ਬੰਦੇ ਇਹਨੂੰ ਗੱਡੀ ਨੂੰ ਚਲਾਉਂਦੇ ਆ ਸਾਰੇ, ਇਹਨਾਂ ਨੂੰ ਫੜ ਕੇ ਗ੍ਰਿਫਤਾਰ ਕਰੋ, ਜੇਲ੍ਹ 'ਚ ਦੇ ਦਿਓ। ਜੇਲ੍ਹ 'ਚ ਦੇ ਦਿੱਤੇ। ਉਹ ਦੂਜਾ ਲੀਡਰ ਆਇਆ ਜਿਹੜਾ ਸੀ, ਉਹ ਚੰਗਾ ਸੀ ਥੋੜਾ ਜਿਹਾ, ਉਹ ਜੇਲ੍ਹ 'ਚ ਦੇਣ ਦੇ ਹੱਕ 'ਚ ਨਹੀਂ ਸੀ। ਉਹ ਕਹਿੰਦਾ ਇਦਾਂ ਕਰੋ, ਉਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਕੱਢ ਦਿਓ। ਤਾਂ ਉਹ ਚਲੇ ਗਏ। ਉਹ ਗੱਡੀ ਤਾਂ ਫੇਰ ਨਾ ਤੁਰੀ ਨਾ, ਇੱਕ ਨੇ ਜੇਲ੍ਹ 'ਚ ਦੇ ਦਿੱਤੇ, ਇੱਕ ਨੇ ਕੱਢ ਦਿੱਤੇ। ਹਾਂਜੀ, ਗੱਡੀ ਤਾਂ ਉੱਥੇ ਦੀ ਉੱਥੇ ਖੜੀ। ਹਾਂਜੀ, ਉਹ ਕਹਿੰਦੇ ਗੱਡੀ ਤਾਂ ਹੀ ਤੁਰਨੀ ਜੇ ਤੁਸੀਂ ਮਕੈਨਿਕਸ ਲੈ ਕੇ ਆਓ। ਹਾਂਜੀ, ਤੇ ਇੱਥੇ ਵੀ ਹਸਪਤਾਲ ਤਾਂ ਬਣਨਾ ਜੇ ਬਿਲਡਿੰਗ ਕਿਤੇ ਬਣਾਉਂਗੇ। ਜ਼ਮੀਨ ਵੇਚੀ ਜਾਂਦੇ ਆ, ਖਰੀਦੀ ਜਾਂਦੇ, ਵੇਚੀ ਜਾਂਦੇ, ਖਰੀਦੀ ਜਾਂਦੇ ਆ। ਹੁਣ ਕਲੋਵਰਡੇਲ ਸਭ ਤੋਂ ਪਹਿਲਾਂ 2017 ਚ NDP ਦੇ ਇੱਥੇ ਦੇ MLAs ਨੇ ਇਹ ਬਾਅਦ ਦੇ ਵਿੱਚ ਸਾਈਨ ਲਾਉਂਦੇ ਫਿਰਦੇ ਸੀ, ਕਿਉਂਕਿ ਇਲੈਕਸ਼ਨ ਵੇਲੇ ਤਾਂ ਪ੍ਰੋਮਿਸ ਕਰ ਨਹੀਂ ਸਕੇ। ਫਿਰ ਇਹਨਾਂ ਨੇ ਬਾਅਦ ਦੇ ਵਿੱਚ ਸਾਈਨ ਲਾਉਣ ਆਪਣੇ ਸਾਈਨ ਦੇ ਉੱਤੇ ਕਿ ਅਸੀਂ ਦੂਜਾ ਹਸਪਤਾਲ ਬਣਾਵਾਂਗੇ। ਹਾਂਜੀ। ਫਿਰ ਇਹਨਾਂ ਨੇ ਜ਼ਮੀਨ ਲਈ ਨਹੀਂ, ਉਹ ਕੁਆਂਟਲੈਂਡ ਯੂਨੀਵਰਸਿਟੀ ਦੀ ਜ਼ਮੀਨ ਪਈ ਸੀ ਉੱਥੇ। ਇਹਨਾਂ ਦੀ ਆਪਣੀ ਜ਼ਮੀਨ ਕੋਈ ਨਹੀਂ ਲਈ ਹੈਲਥ ਡਿਪਾਰਟਮੈਂਟ ਨੇ। ਤੇ ਫਿਰ ਉਹ ਦੂਸਰੀ ਜਦੋਂ ਇਲੈਕਸ਼ਨ ਆ ਗਈ 21 ਦੀ ਆਈ ਪਿਛਲੇ ਸਾਲ ਪੈਂਡੈਮਿਕ ਦੇ ਦੌਰਾਨ 20 ਦੇ ਵਿੱਚ ਪ੍ਰਾਈ ਇਲੈਕਸ਼ਨ। ਤੇ ਉਸ ਵੇਲੇ ਸਵਾਲ ਇਹ ਆਇਆ ਕਿ ਤੁਹਾਡੇ ਤੋਂ ਜ਼ਮੀਨ ਵੀ ਹੈ ਨਹੀਂ, ਤੁਸੀਂ ਹਸਪਤਾਲ ਕਿੱਥੋਂ ਬਣਾਉਣਾ? ਹਾਂਜੀ। ਇਹ ਕਹਿੰਦੇ ਉਹ ਸਰਕਾਰ ਦੀ ਜ਼ਮੀਨ ਆ, ਉਹ ਸਰਕਾਰ ਨੇ ਉਹ ਕੋਈ ਗੱਲ ਨਹੀਂ ਉਹਨਾਂ ਦੇ KPU ਤੋਂ ਫਿਰ ਹੈਲਥ ਡਿਪਾਰਟਮੈਂਟ ਦੇ ਨਾਲ ਲਵਾ ਦੇਣੀ। ਮਤਲਬ ਕਿ ਐਜੂਕੇਸ਼ਨ ਸਿਸਟਮ ਦੀ ਜਗ੍ਹਾ ਲੈਣ ਦੇ ਲਈ ਐਜੂਕੇਸ਼ਨ ਦੀ ਇਹਨਾਂ ਲਈ ਕੋਈ ਇੰਪੋਰਟੈਂਸ ਨਹੀਂ ਹੈ। ਆ KPU ਬਣਾਈ ਸੀ ਇੱਥੇ ਦੇ ਜਿਹੜੇ ਸਟੂਡੈਂਟਸ ਆ ਨਾ, ਲੈਂਗਲੀ ਦੇ, ਸਰੀ ਦੇ, ਜਿੰਨੇ ਸਕੂਲਾਂ ਦੇ ਇਹ ਯੂਨੀਵਰਸਿਟੀ ਜਾ ਸਕਣ। ਹਾਂਜੀ। ਹੁਣ ਉੱਥੇ ਤੁਸੀਂ ਜਾ ਕੇ ਦੇਖੋ, ਜਿੰਨੇ ਸਟੂਡੈਂਟਸ ਆ ਉਹ ਕੋਈ ਫਰੀਦਕੋਟ ਤੋਂ ਆਇਆ, ਕੋਈ ਫਿਰੋਜ਼ਪੁਰ ਤੋਂ ਆਇਆ, ਕੋਈ ਮੋਗਿਓਂ ਆਇਆ, ਕੋਈ ਜਲੰਧਰੋਂ ਆਇਆ। ਇੰਟਰਨੈਸ਼ਨਲ ਸਟੂਡੈਂਟਸ ਆ ਜ਼ਿਆਦਾਤਰ ਉੱਥੇ। ਜਿਸ ਦਿਨ ਪੰਜਾਬ ਤੋਂ ਸਟੂਡੈਂਟਸ ਆਉਣੇ ਬੰਦ ਹੋ ਗਏ, ਉਸ ਦਿਨ KPU ਬੈਂਕਰਪਟ ਹੋਣੀ ਹੈ ਜੀ। ਇਹਨਾਂ ਦੇ ਕੋਲ ਕੋਈ ਵੀ ਸਟੂਡੈਂਟ ਇੱਥੇ ਆਇਆ ਹੈ ਨਹੀਂ। ਹਾਂਜੀ। ਇਹ ਸਿਰਫ ਤੇ ਸਿਰਫ ਇੰਟਰਨੈਸ਼ਨਲ ਸਕੂਲ ਬਣ ਕੇ ਰਹਿ ਗਿਆ। ਇਹ ਤਾਂ ਬਣ ਕੇ ਰਹਿ ਗਿਆ ਕਿ ਵਿਕਟੋਰੀਆ ਬੈਠੀ ਸਰਕਾਰ ਨੇ ਅੱਖਾਂ ਤੇ ਪੱਟੀ ਬੰਨੀ ਆ, ਤਾਂ ਉਹ ਖੁਸ਼ ਆ ਕਿ ਜਿੰਨੀਆਂ ਵੀ ਯੂਨੀਵਰਸਿਟੀਜ਼ ਆ ਉਹਨਾਂ ਨੂੰ ਜਿੰਨਾ ਵੀ ਫਾਈਨੈਂਸ਼ੀਅਲ ਬਰਡਨ ਆ ਉਹਨਾਂ ਤੇ ਪਾਇਆ ਹੈ ਨਾ, ਕਿ ਤੁਸੀਂ ਆਪਣੇ ਬਜਟ ਆਪਣੇ ਆਪ ਹੀ ਪੈਦਾ ਕਰੋ। ਥੋੜੀ ਜਿਹੀ ਗ੍ਰਾਂਟ ਦੇਣੀ ਆ, ਅਸੀਂ ਉਹ ਦੇਈ ਜਾਂਦੇ ਹਾਂ। ਅੱਛਾ, ਫਿਰ UBC ਦੇ ਵਿੱਚ ਦੇਖੋ, ਉੱਥੇ ਉਹਨਾਂ ਨੇ 2 ਕੈਂਪਸ ਬਣਾਏ ਆ। ਇੱਕ ਤਾਂ ਓਕਾਨਾਗਨ ਦੇ ਵਿੱਚ ਕੈਂਪਸ ਹੈ, ਇੱਕ UBC ਇੱਥੇ ਵੈਨਕੂਵਰ ਦਾ ਕੈਂਪਸ ਹੈ। ਵੈਨਕੂਵਰ ਦਾ ਕੈਂਪਸ ਜਿਹੜਾ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਜੀ। ਓਕਾਨਾਗਨ ਦਾ ਨਾ 9 ਚੋਂ ਨਾ 13 ਚੋਂ ਨਾ 3 ਚੋਂ ਨਾ 13 ਚੋਂ ਡਾਕਟਰ ਸਾਹਿਬ ਨਾ 5 ਚੋਂ ਨਾ 10 ਚੋਂ। ਉਹ ਇੱਕ ਉੱਥੇ ਕਾਲਜ ਹੁੰਦਾ ਸੀ, ਉਹਦਾ UBC ਨੇ ਟੇਕ ਓਵਰ ਕਰ ਲਿਆ, ਉਹਦਾ ਕੈਂਪਸ ਬਣਾਤਾ। ਤੇ ਉਹਦੀ ਉਹ ਰੈਪੂਟੇਸ਼ਨ ਨਹੀਂ ਜਿਹੜੀ ਵੈਨਕੂਵਰ ਦੇ ਵਿੱਚ ਹੈ ਇਹਨਾਂ ਦੀ। ਹੁਣ ਵੈਨਕੂਵਰ ਦੇ ਵਿੱਚ ਜੇ ਤੁਸੀਂ ਇੱਥੇ ਵਾਲੇ ਸਟੂਡੈਂਟਸ ਜਿਹੜੇ ਕਰਦੇ ਆ, ਉਹਨਾਂ ਨੂੰ ਪਹਿਲਾਂ ਪੁੱਛਦੇ ਆ ਵੀ ਤੁਸੀਂ ਓਕਾਨਾਗਨ ਚੱਲ ਜਾਓਗੇ। ਜਿਹੜੇ ਇੰਟਰਨੈਸ਼ਨਲ ਸਟੂਡੈਂਟ ਉੱਥੇ ਆਉਂਦੇ ਆ ਉਹਨਾਂ ਨੂੰ ਰੱਖਦੇ ਆ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ 4 ਟਾਈਮਸ ਜ਼ਿਆਦਾ ਦਿੰਦੇ ਆ ਆਪਣੀ ਫੀਸ ਜਿਹੜੀ ਹੁੰਦੀ ਆ। ਜੇ ਇੱਥੇ ਵਾਲੇ 10,000 ਦਿੰਦੇ, ਉਹ 40,000 ਦਿੰਦੇ ਆ। ਹਾਂਜੀ। ਅੱਛਾ, ਇੰਟਰਨੈਸ਼ਨਲ ਸਟੂਡੈਂਟ ਨੂੰ ਉਹ ਵੀ ਲੱਗਦੇ ਕਿ ਸਸਤੇ ਆ, ਕਿਉਂਕਿ ਜੇ ਤੁਸੀਂ ਕਿਸੇ ਪ੍ਰਾਈਵੇਟ ਯੂਨੀਵਰਸਿਟੀ 'ਚ ਜਿਹੜੀ ਟੌਪ ਦੀ ਯੂਨੀਵਰਸਿਟੀ US ਦੇ ਵਿੱਚ ਜਾਣਾ ਹੋਵੇ, ਤਾਂ ਉਹੀ ਫੀਸ ਜਿਹੜੀ ਆ $60,000-70,000 ਹੋਣੀ ਹੈ। ਇਹ 40,000 ਦੇ ਵਿੱਚ ਸਰ ਜਾਣਾ। ਹਾਂਜੀ। ਅੱਛਾ, ਇਹ ਤਾਂ ਹੈਗਾ ਇਹਨਾਂ ਦਾ ਪੜ੍ਹਾਈ ਦੇ ਪੱਖੋਂ। ਅੱਛਾ, 2 ਮੇਜਰ ਰਿਸਪੌਂਸਿਬਿਲਿਟੀਜ਼ ਆ ਜਿਨ੍ਹਾਂ ਦੇ ਵਿੱਚ 70 ਸੈਂਟ ਸਾਡੇ $1 ਦੇ ਜਾਂਦੇ ਆ, ਐਜੂਕੇਸ਼ਨ ਤੇ ਹੈਲਥ ਕੇਅਰ ਸੈਂਟਰ। ਹਾਂਜੀ। ਤਾਂ ਦੋਹਾਂ ਦੇ ਵਿੱਚ ਹੀ ਬੁਰਾ ਹਾਲ ਹੈ ਜੀ। ਹੈਲਥ ਕੇਅਰ ਦੇ ਵਿੱਚ ਵੀ ਇਹ ਪੁੱਛਦੇ ਸੀ ਫੈਡਰਲ ਗਵਰਨਮੈਂਟ, ਜੂਰਿਸਡਿਕਸ਼ਨ ਤੁਹਾਡਾ ਆ, ਪੁੱਛਦੇ ਤੁਸੀਂ ਫੈਡਰਲ ਗਵਰਨਮੈਂਟ ਨੂੰ ਇਹ 28 ਬਿਲੀਅਨ ਹੋਰ ਦੇ ਦਿਓ। ਹਾਂਜੀ। ਤੁਸੀਂ ਫਿਰ ਕੀ ਕਰਦੇ ਆ ਜੀ? ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਪੁੱਛੋ ਕਿ ਤੁਸੀਂ ਕੀ ਕਰਦੇ ਫਿਰਦੇ ਆ। ਤੁਸੀਂ ਇੱਕ ਪਾਲਿਸੀ ਲੈ ਕੇ ਆਂਦੀ, ਤੁਹਾਡੇ 'ਚ ਇੰਨੀ ਵੀ ਤੁਹਾਨੂੰ ਅਕਲ ਹੈ ਨਹੀਂ ਕਿ ਸਟੇਕ ਹੋਲਡਰਸ ਨੂੰ ਪੁੱਛ ਤਾਂ ਲਓ। ਹਾਂਜੀ। ਆਪਣੇ ਕਹਿੰਦੇ ਹੁੰਦੇ ਆ ਪੰਜਾਬੀ 'ਚ ਵੀ ਕੰਧ ਤੋਂ ਵੀ ਪੁੱਛ ਲੈਣਾ ਚਾਹੀਦਾ, ਸਲਾਹ ਲੈ ਲੈਣੀ ਚਾਹੀਦੀ ਹੈ। ਕੰਧ ਤੋਂ ਵੀ ਸਲਾਹ ਲੈਣੀ ਚਾਹੀਦੀ ਹੈ। ਹਾਂਜੀ। ਤੇ ਇਹਨਾਂ ਨੂੰ ਕੰਧ ਕੋਈ ਦੱਸਦੀ ਨਹੀਂ ਉੱਥੇ ਜੀ। ਕੰਧ ਦੀ ਤੇ ਸਲਾਹ ਕੀ ਲੈਣੀ ਹੈ? ਇਹਨਾਂ ਨੇ ਟੱਪ ਕੇ ਆ ਕੇ ਜਿੱਦਾਂ ਏਡਰੀਅਨ ਡੈਕਸ ਕਰਦੇ ਹੁੰਦੇ, ਨਰਵਸ ਹੋਏ ਬੋਲਦੇ ਹੁੰਦੇ ਹਮੇਸ਼ਾ ਹੀ। ਹਾਂਜੀ। ਅਨਾਉਂਸਮੈਂਟ ਕਰਤੀ ਉਹਨਾਂ ਨੇ, ਅਨਾਉਂਸਮੈਂਟ ਏਦਾਂ ਕੀਤੀ ਵੀ ਧੜ ਲੋਕਾਂ ਨੇ ਆ ਜਾਣਾ। ਅੱਜ ਤਾਈਂ ਉਸ ਅਨਾਉਂਸਮੈਂਟ ਤੋਂ ਬਾਅਦ ਇੱਕ ਵੀ ਬੰਦਾ ਨਹੀਂ ਆਇਆ। ਹਾਂਜੀ। ਇਹ ਮਿਨਿਸਟਰ ਨੂੰ ਰਿਜ਼ਾਈਨ ਦੇਣਾ ਚਾਹੀਦਾ, ਪ੍ਰੀਮੀਅਰ ਨੂੰ ਕਮ ਸੇ ਕਮ ਉਹਦੇ ਕੰਨ ਫੜ ਕੇ ਪੁੱਛਣਾ ਚਾਹੀਦਾ
ਕਿ ਭਾਈ ਜਿਹੜੀ ਅਨਾਉਂਸਮੈਂਟ ਕੀਤੀ ਸੀ ਉਹਦਾ ਕੋਈ ਫਾਇਦਾ ਹੀ ਨਹੀਂ ਹੋਇਆ ਸਾਨੂੰ। ਹਾਂਜੀ, ਆਪਣੇ ਆਪ 'ਚ ਤੇ ਇਹਨਾਂ ਨੂੰ ਲੱਗਦਾ ਸੀ ਵੀ ਪਤਾ ਨਹੀਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਾਣਗੇ ਉੱਥੇ ਜਿਹੜੇ ਹੈਗੇ ਆ ਡਾਕਟਰ ਬਣਨ ਵਾਲੇ, ਪਰ ਬਣ ਚੁੱਕੇ। ਪਰ ਇਹਨਾਂ ਦਾ ਜਿਹੜਾ 2 ਇਅਰਸ ਦਾ ਹੈਗਾ, ਇਹਨਾਂ ਨੇ ਕੰਟਰੈਕਟ ਵੀ ਰੱਖਿਆ ਡਾਕਟਰ ਸਾਹਿਬ, ਇਹਦੇ 'ਚ ਵੀ ਕਲੈਰਿਟੀ ਹੈ ਨਹੀਂ ਬਹੁਤ ਸਾਰੀਆਂ ਚੀਜ਼ਾਂ ਦੀ। ਨਹੀਂ, ਜੇ ਤਾਂ ਉਹ ਪੁੱਛਦੇ ਨਾ ਸਟੇਕ ਹੋਲਡਰ ਦੀ, ਤਾਂ ਹੀ ਅਸੀਂ ਗੱਲ ਕਰਦੇ ਹਾਂ। ਹਾਂਜੀ, ਜਿਹੜੇ ਲੋਕਾਂ ਨੂੰ, ਜਿਹੜੇ ਲੋਕੀ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਨੇ, ਹੈਲਥ ਸਰਵਿਸਿਜ਼ ਦੇ ਵਿੱਚ ਨੇ, ਉਹਨਾਂ ਨੂੰ ਪੁੱਛੋਗੇ ਤਾਂ ਉਹਨਾਂ ਨੇ ਸਾਰੀ ਸਲਾਹ ਦੇ ਦੇਣੀ। ਹਾਂਜੀ, ਜੇ ਤੁਸੀਂ ਪੁੱਛੀ ਹੀ ਨਹੀਂ ਕੋਈ ਗੱਲ, ਤੁਹਾਨੂੰ ਕਿੱਦਾਂ ਪਤਾ ਹੈ? ਤਾਂ ਇਮੇਜਿਨ ਕਿੱਦਾਂ ਕਰ ਸਕਦੇ ਹੋ? ਹਾਂਜੀ, ਬਿਲਕੁਲ ਤੁਸੀਂ ਸਹੀ ਇੱਕ ਕਿਹਾ। ਮੈਡੀਕਲ ਡਾਕਟਰ ਨੂੰ ਤੁਸੀਂ ਕਹਿੰਦੇ ਕਿ 25,000 ਦਾ ਦਲ ਦੇਣਾ, 25,000 ਦਾ ਮਤਲਬ ਕੁਝ ਨਹੀਂ ਉਹਨਾਂ ਲਈ। ਹਾਂਜੀ ਡਾਕਟਰ ਸਾਹਿਬ, ਅਗਲੀ ਖਬਰ ਜੋ ਤੁਹਾਡੇ ਨਾਲ ਮੈਂ ਡਿਸਕਸ ਕਰਨਾ ਚਾਹੁੰਦੀ ਹਾਂ, ਜਿਹਦੇ ਤੇ ਆਪਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ, ਇਹਦਾ ਸਬੰਧ ਹੈਗਾ ਪੋਰਟਲੈਂਡ ਦੇ ਨਾਲ। ਪੋਰਟਲੈਂਡ 'ਚ ਇੱਕ ਫੈਮਿਲੀ ਵਕੇਸ਼ਨ ਦੇ ਲਈ ਗਈ ਸੀ ਤੇ ਇੱਕ 5 ਸਾਲਾਂ ਦੀ ਬੱਚੀ ਦੇ 34 ਸਾਲਾਂ ਦੇ ਬੰਦੇ ਨੇ ਆ ਕੇ ਮੁੱਕਾ ਮਾਰਿਆ, ਕਾਰਨ ਕਿ ਉਹ ਜਾਪਾਨੀ ਸੀ, ਨਸਲੀ ਵਿਤਕਰਾ। ਕੀ ਕਹਿਣਾ ਚਾਹੋਗੇ ਤੁਸੀਂ? ਪਹਿਲਾਂ ਆਪਣੇ ਸਰੋਤਿਆਂ ਨੂੰ ਇਸ ਪੂਰੀ ਇਨਸੀਡੈਂਟ ਬਾਰੇ ਦੱਸੋ ਤੇ ਉਸ ਤੋਂ ਬਾਅਦ ਇਹ ਦੱਸੋ ਕਿ ਦੇਖੋ 5 ਸਾਲਾਂ ਦਾ ਬੱਚਾ ਤੇ ਉਹਦੇ ਨਾਲ ਨਸਲੀ ਵਿਤਕਰਾ ਕੀਤਾ ਗਿਆ, ਕਿੰਨੀ ਅਫਸੋਸਜਨਕ ਗੱਲ ਆ। ਦੇਖੋ, ਇਹ ਸਾਈਕੋਲੋਜੀ ਵਾਲੇ ਕਹਿੰਦੇ ਹੁੰਦੇ ਕਿ ਇਨਸਾਨ ਵੈਸੇ ਭੇੜੀਆ ਹੈ। ਅਸੀਂ ਕਾਨੂੰਨ ਤੋਂ ਡਰਦੇ ਕੁਝ ਨਹੀਂ ਕਰਦੇ ਜਾਂ ਸਮਾਜ ਤੋਂ ਡਰਦੇ, ਕੋਈ ਨਾ ਕੋਈ ਡਰ ਆ ਸਾਡੇ ਮਨ ਦੇ ਵਿੱਚ। ਕਿਤੇ ਕਿਸੇ ਦੇ ਮਨ ਦੇ ਵਿੱਚ ਭਗਵਾਨ ਦਾ ਡਰ ਹੈ, ਕਿਸੇ ਦੇ ਮਨ ਦੇ ਵਿੱਚ ਕਾਨੂੰਨ ਦਾ ਡਰ ਹੈ, ਕਿਸੇ ਦੇ ਮਨ ਦੇ ਵਿੱਚ ਸਮਾਜ ਦਾ ਡਰ ਹੈ। ਇਹ ਡਰ ਦਾ ਕਰਕੇ ਅਸੀਂ ਕੁਝ ਨਹੀਂ ਕਰਦੇ। ਹਾਂਜੀ, ਸੋ ਜੇ ਕਿਸੇ ਬੰਦੇ ਨੇ ਸੋਚਿਆ ਜਾਵੇ ਕਿ ਜਾਪਾਨੀ ਆ, ਉਹ ਵੈਸੇ ਵੀ ਤਾਂ ਉਹਨਾਂ ਦੇ ਨੈਣ ਨਕਸ਼ ਹੋ ਰਿਹਾ, ਪਰ ਉਹ ਵੈਸੇ ਤਾਂ ਉਹ ਵੀ ਗੋਰੇ ਹੀ ਆ। ਹਾਂਜੀ, ਜੇ ਤੁਸੀਂ ਗੋਰੇ ਹੀ ਦੇਖਣੇ ਤਾਂ ਜੇ ਸਕਿਨ ਨਹੀਂ ਦੇਖਣੀ ਹੈ ਜੇ ਤਾਂ ਸਕਿਨ ਨਹੀਂ ਦੇਖਣੀ ਹੈ। ਇਹਨਾਂ ਦੇ ਵਿੱਚ ਵਰਲਡ ਵਾਰ 2 ਦੇ ਵਿੱਚ ਸ਼ੁਰੂਆਤ ਕੀਤੀ ਸੀ ਜਦੋਂ ਪਰਲ ਹਾਰਬਰ ਤੋਂ, ਉੱਤੇ ਜੈਪਨੀਜ਼ ਨੂੰ ਹਮਲਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਸੀ ਕਿ ਸਾਡੀ ਲੜਾਈ ਸ਼ੁਰੂ ਹੋਈ ਹੈ ਜਾਪਾਨ ਦੇ ਨਾਲ ਪਰਲ ਹਾਰਬਰ ਦੇ ਅਟੈਕ ਤੋਂ ਬਾਅਦ। ਤੁਸੀਂ ਵਰਲਡ ਵਾਰ 2 ਤੋਂ ਬਾਅਦ 50s ਦੇ ਵਿੱਚ ਜਿਹੜੀਆਂ ਵੀ ਮੂਵੀਜ਼ ਦੇਖਦੇ ਨਾ, ਜਿਹੜਾ ਬਾਲੀਵੁੱਡ ਜਾਂ ਹਾਲੀਵੁੱਡ ਆ, ਇਹ ਵੀ ਉਹੀ ਕੁਝ ਕਰਦਾ ਜਿਹੜੀਆਂ ਸਰਕਾਰਾਂ ਪ੍ਰਾਪੇਗੰਡਾ ਕਰਦੀਆਂ। ਹਾਲੀਵੁੱਡ ਦੇ ਵਿੱਚ ਜਿਹੜੀਆਂ ਮੂਵੀਜ਼ ਬਣਦੀਆਂ ਸੀ ਉਸ ਵੇਲੇ, ਉਹਦੇ ਵਿੱਚ ਵਿਲਨ ਹਮੇਸ਼ਾ ਜਾਪਾਨੀ ਹੁੰਦਾ ਸੀ ਕੋਈ। ਉਸ ਤੋਂ ਬਾਅਦ ਸੋਵੀਅਤ ਯੂਨੀਅਨ ਦੇ ਵਿਲਨ ਬਣਨ, ਰਸ਼ੀਅਨ ਵਿਲਨ ਬਣਨ ਪਏ, ਫਿਰ ਮੁਸਲਮਾਨ ਵਿਲਨ ਬਣਾਉਣੇ ਸ਼ੁਰੂ ਕਰ ਦਿੱਤੇ। ਕੋਈ ਨਾ ਕੋਈ ਟਾਰਗੇਟ ਕਰਦੇ ਹਮੇਸ਼ਾ ਕਿਸੇ ਨੂੰ। ਤੇ ਇਹਨਾਂ ਨੇ ਉਹ ਜ਼ਹਿਰ ਜਿਹੜਾ ਭਰਿਆ ਜਾਪਾਨੀਆਂ ਦੇ ਅਗੇਂਸਟ, ਵੀ ਇਹਨਾਂ ਨੇ ਸਾਡੇ ਤੇ ਪਰਲ ਹਾਰਬਰ ਦੇ ਵਿੱਚ ਹਮਲਾ ਕੀਤਾ ਸੀ। ਤੇ ਉਹ ਹਮਲਾ ਤਾਂ ਜਦੋਂ ਕੀਤਾ ਸੀ 1939 ਦੀ ਗੱਲ ਹੈ। ਹਾਂਜੀ, ਹੁਣ ਤਾਂ ਉਹਨਾਂ ਨੇ ਕੁਝ ਨਹੀਂ ਕੀਤਾ। ਕੋਈ ਬੱਚੀ, ਉਹਨੂੰ ਪਤਾ ਵੀ ਨਹੀਂ ਹੋਣਾ ਵੀ ਪਰਲ ਹਾਰਬਰ ਹੋਇਆ ਕਿ ਨਹੀਂ। 5 ਸਾਲਾਂ ਦੀ ਛੋਟੀ ਜੀ ਬੱਚੀ ਇਨੋਸੈਂਟ ਖੇਡ ਰਹੀ ਸੀ। ਤੁਸੀਂ ਦੇਖੋ, ਜਦੋਂ ਲੋਕੀ ਇੱਕ ਦੂਜੇ ਨੂੰ ਧਰਮ ਦੇ ਨਾਂ ਤੇ, ਬੋਲੀ ਦੇ ਨਾਂ ਤੇ ਅੱਗਾਂ ਲਾਉਂਦੇ ਫਿਰਦੇ ਆ, ਬੱਚੇ ਵੀ ਸੜ ਜਾਂਦੇ ਆ, ਬਜ਼ੁਰਗ ਸੜ ਜਾਂਦੇ ਆ, ਤੇ ਇਹ ਇਨਸਾਨੀਅਤ ਵਾਲੀ ਗੱਲ ਤਾਂ ਹੈ ਨਹੀਂ। ਲੋਕੀ ਕਹਿੰਦੇ ਕਿ ਤੂੰ ਪੱਕਾ ਈਸਾਈ ਬਣ। ਉਹਨੂੰ ਇਹ ਨਹੀਂ ਕਹਿਣਾ ਕਦੇ ਵੀ ਤੂੰ ਪੱਕਾ ਇਨਸਾਨ ਬਣ। ਇਨਸਾਨ ਪਹਿਲਾਂ ਬਣੋ, ਉਸ ਤੋਂ ਬਾਅਦ ਧਾਰਮਿਕ ਬੰਦੇ ਬਣ ਜਾਓ। ਚਾਹੇ ਬੋਲੀ ਵਾਲੀ ਗੱਲ ਸ਼ੁਰੂ ਕਰ ਦਿਓ। ਖੇਤਰੀ ਭਾਸ਼ਾ ਦੇ ਤੌਰ ਤੇ, ਖੇਤਰ ਦੇ ਤੌਰ ਤੇ ਲੋਕੀ ਇੱਕ ਦੂਜੇ ਨਾਲ ਨਫ਼ਰਤ ਕਰਨਾ ਸ਼ੁਰੂ ਕਰ ਦਿੰਦੇ। ਹਾਂਜੀ, ਸੋ ਇਹ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਕਿ ਈਵਨ ਜਿਹੜਾ US ਆ, ਉਸ ਬੰਦੇ ਨੂੰ ਪਤਾ ਵੀ ਹੈ ਵੀ ਮੈਨੂੰ ਫੜ ਲੈਣਾ, ਕਿਉਂਕਿ ਇਹ ਇਦਾਂ ਦਾ ਮੁਲਕ ਤਾਂ ਹੈ ਨਹੀਂ ਵੀ ਇੱਥੋਂ ਨੱਠ ਜਾਓਗੇ ਤੁਸੀਂ। ਹਾਂਜੀ, ਸਾਡੇ ਮੁਲਕਾਂ 'ਚ ਤਾਂ ਇਹ ਹੋ ਜਾਂਦਾ ਨਾ, ਜਿਹੜੇ ਜੇ ਕੋਈ ਮਾਰ ਵੀ ਦਿੰਦਾ, ਕੋਈ ਗੱਲ ਨਹੀਂ, ਕਿਸੇ ਨੂੰ ਥਾਣੇਦਾਰ ਨੂੰ ਪੈਸੇ ਦੇ ਕੇ ਵੱਜ ਜਾਓਗੇ ਜਾਂ ਰਿਪੋਰਟ ਹੀ ਇਦਾਂ ਹੀ ਲਿਖਾ ਲਵਾਂਗੇ ਸਰਕਾਰੀ ਹਸਪਤਾਲੋਂ, ਕੋਈ ਵੱਡੀ ਗੱਲ ਨਹੀਂ। ਸੋ ਬਚ ਜਾਂਦੇ। ਜਾਂ ਸਿੱਧੂ ਦੇ ਕੇਸ ਨੂੰ 34 ਸਾਲ ਕੇਸ ਚੱਲਿਆ ਉਹਦਾ। ਹਾਂਜੀ, 34 ਸਾਲਾਂ ਬਾਅਦ ਫੜਿਆ। 34 ਸਾਲਾਂ ਬਾਅਦ ਤਾਂ 3 ਜਨਰੇਸ਼ਨ ਮਰ ਜਾਂਦੀਆਂ ਜੀ। ਉਹਨਾਂ ਨੇ ਕੀ ਇਨਸਾਫ ਹੋਇਆ? ਸੋ ਇੱਥੇ ਤਾਂ ਇਹਨਾਂ ਨੂੰ ਫੜ ਲੈਂਦੇ ਆ, ਛੇਤੀ ਉਹਨਾਂ ਨੂੰ ਜੇਲ੍ਹ 'ਚ ਵੀ ਦਿੰਦੇ ਆ, ਪਰ ਫਿਰ ਵੀ ਦੇਖੋ ਨਫ਼ਰਤ ਕਿੰਨੀ ਹੋ ਗਈ ਬੰਦੇ ਦੇ ਮਨ ਦੇ ਵਿੱਚ ਕਿ ਇੱਕ ਬੱਚੀ ਦੇ ਮੁੱਕਾ ਮਾਰਿਆ ਉਹਨੇ ਜ਼ੋਰ ਨਾਲ। ਹਾਂਜੀ, ਉਹਦੇ ਬਾਪ ਦੇ ਵੀ ਮਾਰਿਆ ਪੋਰਟਲੈਂਡ ਦੇ ਵਿੱਚ। ਔਰ ਪੋਰਟਲੈਂਡ ਵੈਸੇ ਬੜੀ ਲਿਬਰਲ ਸਿਟੀ ਆ, ਜਿੱਦਾਂ ਸੀਐਟਲ ਆ, ਇਸ ਤਰ੍ਹਾਂ ਹੀ ਉਹ ਆ। ਉੱਥੇ ਬੜੇ ਨਾਰਮਲੀ ਤੁਹਾਡੇ ਨਾਲ ਇਦਾਂ ਦੀ ਗੱਲ ਨਹੀਂ ਹੁੰਦੀ ਜੇ ਤੁਸੀਂ ਤੁਰੇ ਫਿਰਦੇ ਆ, ਪਰ ਫਿਰ ਵੀ ਲੋਕੀ ਹਜੇ ਹੈਗੇ ਆ ਜਿਹੜੇ ਨਫ਼ਰਤ ਨਾਲ ਭਰੇ ਪਏ ਆ, ਔਰ ਉਹ ਕਦੇ ਨਾ ਕਦੇ ਆਪਣੀ ਨਫ਼ਰਤ ਜ਼ਾਹਰ ਕਰਦੇ।
ਜੀ ਡਾਕਟਰ ਸਾਹਿਬ, ਵੈਸੇ ਵੀ ਨਾ ਔਰੇਗਨ ਕ੍ਰਿਮੀਨਲ ਜਸਟਿਸ ਕਮਿਸ਼ਨ ਦੀ ਹੇਟ ਐਂਡ ਬਾਇਸਡ ਕ੍ਰਾਈਮਸ ਤੇ ਤੀਜੀ ਸਾਲਾਨਾ ਰਿਪੋਰਟ ਆਈ ਸੀ। ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜੇ ਐਂਟੀ ਏਸ਼ੀਅਨ ਕ੍ਰਾਈਮਸ ਹੈਗੇ ਉਹਦੇ ਵਿੱਚ 300% ਦਾ ਵਾਧਾ ਹੋਇਆ 2020 ਅਤੇ 2021 ਦੇ ਦਰਮਿਆਨ। ਉਹਦਾ ਇਸ ਕਰਕੇ ਵਾਧਾ ਹੋਇਆ ਕਿ ਇਹਨਾਂ ਨੇ ਧੂਆਂਧਾਰ ਪ੍ਰਾਪੇਗੈਂਡਾ ਕੀਤਾ ਕਿ ਜਿਹੜੀ ਕਰੋਨਾ ਵਾਇਰਸ ਹੈ ਉਹ ਚਾਈਨਾ ਨੇ ਸ਼ੁਰੂ ਕੀਤੀ ਹੈ। ਹਾਂਜੀ। ਹੁਣ ਇੱਕ ਸਾਇੰਟਿਸਟ ਨੇ ਕਹਿਤਾ, ਆਥਰ ਨੇ ਉੱਥੋਂ ਇੰਗਲੈਂਡ ਦੇ ਨੇ, ਕਿ ਨਹੀਂ ਇਹ ਅਮਰੀਕਾ ਵਾਲਿਆਂ ਨੇ ਸ਼ੁਰੂ ਕੀਤੀ ਹੈ। ਹੁਣ ਅਮਰੀਕਾ ਵਾਲਿਆਂ ਨੂੰ ਇਹ ਤਾਂ ਸੋਚਣਾ ਚਾਹੀਦਾ ਵੀ ਡਿਸਕਸ਼ਨ ਤਾਂ ਕਰੋ, ਤੁਸੀਂ ਇੱਕ ਨੂੰ ਵੈਸੇ ਹੀ ਕਹਿਤਾ। ਬਹੁਤੀ ਵਾਰੀ ਭੀੜ ਦੀ ਜਿਹਨੂੰ ਅਸੀਂ ਕਹਿੰਦੇ ਆ ਨਾ, ਭੀੜ ਵਾਲੀ ਮੈਂਟੈਲਿਟੀ ਆ ਵੀ ਇੱਕ ਨੂੰ ਵੈਸੇ ਹੀ ਕਹਿ ਦਿਓ, ਝੂਠ ਬੋਲ ਦਿਓ ਤਾਂ ਬੋਲੀ ਚੱਲੋ। ਉਹੀ ਕੁਝ ਚੱਲਿਆ ਕਿ ਵੱਡਾ ਝੂਠ ਬੋਲੋ ਔਰ ਬੋਲੀ ਚੱਲੋ, 1000 ਵਾਰ ਬੋਲੋ। ਹਾਂਜੀ। ਤੇ ਇਹ ਝੂਠ ਅੱਜ ਤਾਈਂ ਇਹਨੇ ਨਫ਼ਰਤ ਏਸ਼ੀਅਨ ਲੋਕਾਂ ਦੇ ਖਿਲਾਫ ਪੈਦਾ ਕੀਤੀ ਹੈ। ਇਹਦਾ ਮਤਲਬ ਇਹ ਅੱਜ ਚਾਈਨਾ ਵਾਲਿਆਂ ਦੇ ਖਿਲਾਫ ਕਰ ਸਕਦੇ ਆ, ਕੱਲ ਨੂੰ ਸਾਡੇ ਖਿਲਾਫ ਵੀ ਕਰ ਸਕਦੇ ਆ। ਹਾਂਜੀ। ਜਦੋਂ 9/11 ਦੀਆਂ ਘਟਨਾਵਾਂ ਹੋਈਆਂ ਸੀ, ਉਹਨਾਂ ਨੇ ਤਾਂ ਦੇਖਿਆ ਕਿ ਪੱਗਾਂ ਵਾਲਿਆਂ ਨੇ ਆਹ ਕੰਮ ਕਰਾਇਆ, ਜਿਨ੍ਹਾਂ ਦੇ ਵਿੱਚ ਜਿਹੜੇ 19 ਬੰਦੇ ਸੀ ਉਹਨਾਂ 'ਚ ਕੋਈ ਪੱਗਾਂ ਵਾਲਾ ਨਹੀਂ ਸੀ। ਉਸਾਮਾ ਬਿਨ ਲਾਦਨ ਮੋਹਰੇ ਆ ਕੇ ਬੋਲਿਆ ਵੀ ਮੈਂ ਕਰਾਇਆ, ਉਹਨੇ ਪੱਗ ਬੰਨ੍ਹੀ ਸੀ। ਹੁਣ ਪੱਗਾਂ ਵਾਲੇ ਜਿਹੜੇ ਬੰਦੇ ਸੀਗੇ ਕਿਤੇ ਵੀ ਖੜੇ, ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਕਈਆਂ ਨੂੰ ਸ਼ੂਟ ਕੀਤਾ ਗਿਆ। ਹਾਂਜੀ। ਇਹ ਨਫ਼ਰਤ ਹੀ ਹੈ, ਉਹ ਤਾਂ ਕੁਝ ਨਹੀਂ ਜੀ। ਤੇ ਜੇ ਅਸੀਂ ਇਨਸਾਨੀਅਤ ਪਹਿਲਾਂ ਸਿੱਖੀ ਹੁੰਦੀ ਤੇ ਫਿਰ ਜਿਹੜਾ ਉਹ ਭੇੜੀਆ ਸਾਡੇ ਵਿੱਚੋਂ ਨਿਕਲ ਜਾਊ। ਹਾਂਜੀ। ਇਨਸਾਨ ਦਾ ਤਾਂ ਭੇੜੀਏ ਦਾ ਫਰਕ ਹੈ ਨਾ। ਹਾਂਜੀ। ਤੇ ਜੇ ਇਨਸਾਨ ਨੇ ਵੀ ਭੇੜੀਏ ਵਾਂਗੂ ਹੀ ਐਕਟ ਕਰਨਾ ਤਾਂ ਫੇਰ ਤਾਂ ਸਾਨੂੰ ਵੀ ਜੰਗਲਾਂ ਦੇ ਵਿੱਚ ਚਲ ਜਾਣਾ ਚਾਹੀਦਾ, ਉੱਥੇ ਉਹਨਾਂ ਦੇ ਨਾਲ ਭੇੜੀਏ ਦੇ ਨਾਲ ਹੀ ਸ਼ਿਕਾਰ ਕਰਦੇ ਬੈਠੇ। ਜੀ ਡਾਕਟਰ ਸਾਹਿਬ, ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਆਗਾ ਖਾਨ ਮਿਊਜ਼ੀਅਮ ਨੇ ਇੱਕ ਡਾਕੂਮੈਂਟਰੀ ਫਿਲਮ ਕਾਲੀ ਸੀ ਉਹਨੂੰ ਹਟਾ ਦਿੱਤਾ। ਕਾਰਨ ਕੀ ਸੀ ਕਿ ਹਿੰਦੂਆਂ ਨੂੰ ਠੇਸ ਪਹੁੰਚਾਉਣ ਦਾ ਉਸ ਜਿਹੜਾ ਪੋਸਟਰ ਸੀਗਾ ਉਹਦੇ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਵਾਇਰਲ ਹੋਇਆ ਤਾਂ ਕਾਫੀ ਜ਼ਿਆਦਾ ਹਿੰਦੂਆਂ ਦੇ ਮਨਾਂ ਨੂੰ ਠੇਸ ਪਹੁੰਚੀ ਉਹਦੇ ਨਾਲ, ਕਿਉਂਕਿ ਉਹਨਾਂ ਨੇ ਦੇਵੀ ਕਾਲੀ ਦਾ ਜਿਹੜਾ ਪੋਸਟਰ ਸੀਗਾ ਉਹਨੂੰ ਦਿਖਾਇਆ ਗਿਆ ਸੀ ਕਿ ਸਮੋਕ ਕਰ ਰਹੇ ਹੈਗੇ ਆ। ਪਿੱਛੇ ਉਹਨਾਂ ਨੇ ਦਿਖਾਇਆ ਸੀਗਾ ਕਿ ਉਹਨਾਂ ਦੇ LGBTQ ਦਾ ਝੰਡਾ ਵੀ ਸੀਗਾ। ਇਹਦੇ ਤੋਂ ਬਾਅਦ ਕਾਫੀ ਜ਼ਿਆਦਾ ਇਹ ਜਿਹੜਾ ਪੋਸਟਰ ਆ ਵਾਇਰਲ ਹੋਇਆ। ਵਾਇਰਲ ਹੋਣ ਤੋਂ ਬਾਅਦ ਫਿਰ ਆਗਾ ਖਾਨ ਫਾਊਂਡੇਸ਼ਨ ਵਾਲਿਆਂ ਨੇ ਸੌਰੀ ਮੰਗੀ ਤੇ ਇਸ ਡਾਕੂਮੈਂਟਰੀ ਨੂੰ ਉਹਨਾਂ ਨੇ ਉੱਥੋਂ ਹਟਾ ਦਿੱਤਾ। ਤੁਸੀਂ ਇਸ ਪੂਰੀ ਖਬਰ ਬਾਰੇ ਪਹਿਲਾਂ ਸਾਨੂੰ ਦੱਸੋ ਕਿ ਐਕਚੁਅਲ ਦੇ ਵਿੱਚ ਮਸਲਾ ਹੈ ਕੀ? ਐਕਚੁਅਲ 'ਚ ਮਸਲਾ ਸਭ ਤੋਂ ਵੱਡਾ ਹੈਗਾ ਪਬਲਿਸਿਟੀ ਦਾ। ਅੱਜ ਕੱਲ੍ਹ ਪਬਲਿਸਿਟੀ ਸਟੰਟ ਇੰਨੇ ਵੱਧ ਗਏ ਆ, ਖਾਸ ਤੌਰ ਤੇ ਇੰਟਰਟੇਨਮੈਂਟ ਇੰਡਸਟਰੀ ਦੇ ਵਿੱਚ। ਜਾਣ ਬੁੱਝ ਕੇ ਉਹ ਕੋਈ ਪੋਸਟਰ ਪਾਉਣਗੇ ਜਾਂ ਫਿਲਮਾਂ ਦੇ ਵਿੱਚ ਇਦਾਂ ਦੀ ਗੱਲ ਕਰਨਗੇ ਜਿਹਦੇ ਨਾਲ ਆਮ ਲੋਕੀ ਐਕਸ਼ਨ ਦੇ ਵਿੱਚ ਆ ਜਾਣ, ਉਹਨਾਂ ਦੀ ਖਬਰਾਂ ਸੋਸ਼ਲ ਮੀਡੀਆ ਤੇ ਡਿਸਕਸ਼ਨ ਸ਼ੁਰੂ ਹੋ ਜਾਵੇ, ਮੀਡੀਆ ਦੇ ਵਿੱਚ ਆ ਜਾਣ। ਇਹੀ ਕੁਝ ਚਾਹੁੰਦੇ ਹੁੰਦੇ। ਹਾਂਜੀ, ਪ੍ਰਮੋਸ਼ਨ ਚਾਹੁੰਦੇ ਆ। ਹਾਂਜੀ। ਹੁਣ ਇਹ ਕੁੜੀ ਜਿਹੜੀ ਹੈ, ਲੜਕੀ ਨੇ ਬਣਾਈ ਆ ਮੂਵੀ ਲੀਨਾ ਮਨੀ ਮੈਕਲਾਈ। ਇਹ ਤਾਮਿਲਨਾਡੂ ਦੀ ਲੜਕੀ ਹੈ। ਹਾਂਜੀ। ਟੋਰਾਂਟੋ ਰਹਿੰਦੀ ਹੈ ਤੇ ਇਹ ਆਪ ਵੀ ਹਿੰਦੂ ਆ ਵੈਸੇ। ਤੇ ਉਹਨੇ ਜਾਣ ਬੁੱਝ ਕੇ ਪ੍ਰੋਵੋਕਟਿਵ ਇੱਕ ਪੋਸਟਰ ਬਣਾਇਆ ਜਿਹਦੇ ਵਿੱਚ ਕਾਲੀ ਮਾਂ ਨੂੰ ਸਿਗਰਟ ਪੀਂਦੀ ਦਿਖਾ ਲਿਆ। ਹਾਂਜੀ। ਤੇ ਹੁਣ ਹਿੰਦੁਸਤਾਨ ਦੇ ਦੇਖ ਲਓ, ਪਾਕਿਸਤਾਨ 'ਚ ਦੇਖ ਲਓ, ਸਾਡੇ ਜਦੋਂ ਮੂਵੀ ਬਣਨੀ ਹੋਵੇ ਨਾ, ਕਈ ਵਾਰੀ ਜਾਣ ਬੁੱਝ ਕੇ ਉਹ ਮੂਵੀ ਦੇ ਵਿੱਚ ਜਿਹੜੀ ਮੂਵੀ 2 ਘੰਟੇ ਦੀ ਹੋਵੇ, ਤਕਰੀਬਨ ਕਈ ਵਾਰੀ 3.5-4 ਘੰਟੇ ਦੀ ਐਕਚੁਅਲ ਸ਼ੂਟਿੰਗ ਹੁੰਦੀ ਆ। ਜਦੋਂ ਡਾਇਰੈਕਸ਼ਨ ਕਰਦੇ ਆ ਉਦੋਂ ਸੀਨ ਕੱਟ ਕਰਦੇ ਆ, ਫਿਰ ਵੱਢਦੇ ਆ, ਉਹਨੂੰ ਬਾਅਦ ਦੇ ਵਿੱਚ ਜੋੜਦੇ ਆ। ਹਾਂਜੀ। ਤੇ ਉਹਦੇ ਵਿੱਚ ਕਈ ਸੀਨ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਆਬਜੈਕਸ਼ਨੇਬਲ ਕਹਿ ਸਕਦੇ ਆ। ਜਿੱਦਾਂ ਤੁਸੀਂ ਇੱਕ ਬੰਦਾ ਫੜੋ, ਸਿੱਖ ਕਮਿਊਨਿਟੀ 'ਚ ਫੜਿਓ, ਕੋਈ ਅਖੌਤੀ ਆਗੂ, ਕਹਿ ਦਿਓ ਵੀ ਸਿੱਖਾਂ ਨੂੰ ਇਦਾਂ ਦਿਖਾਲਿਆ ਗਿਆ। ਅਜੇ ਮੂਵੀ ਆਈ ਚਾਹੇ ਨਹੀਂ ਆਈ, ਉਸ ਬੰਦੇ ਨੇ ਪ੍ਰੈਸ ਰਿਲੀਜ਼ ਕਰਤੀ, ਸ਼ੁਰੂ ਕਰਤਾ ਗੱਲ, ਉਹਦੇ ਨਾਲ ਸਾਰੇ ਮੀਡੀਆ ਦੇ ਵਿੱਚ ਆ ਜਾਣੀ ਹੈ ਕਿ ਇਹ ਸਿੱਖਾਂ ਦੇ ਖਿਲਾਫ ਮੂਵੀ ਆ ਰਹੀ ਹੈ। ਕਿਸੇ ਨੇ ਉਹ ਦੇਖੀ ਹੁੰਦੀ ਹੈ, ਕਿਸੇ ਨੇ ਨਹੀਂ ਦੇਖੀ ਹੁੰਦੀ, ਕਿਉਂਕਿ ਜਿਹੜੀ ਮੂਵੀ ਹਜੇ ਆਈ ਨਹੀਂ ਉਹ ਕਿੱਥੋਂ ਦੇਖ ਲੈਣੀ ਤੁਸੀਂ। ਹਾਂਜੀ। ਉਹਦੇ ਵਿੱਚ ਸੀਨ ਹੋਵੇ ਜਾਂ ਨਾ ਹੋਵੇ ਕੋਈ, ਉਹਦੀ ਪਬਲਿਸਿਟੀ ਕਰ ਦਿੱਤੀ। ਇਹ ਪਬਲਿਸਿਟੀ ਸਟੰਟ ਹੈ ਅੱਜ ਕੱਲ੍ਹ ਸਭ ਤੋਂ ਵੱਡਾ। ਇੱਕ ਐਕਟਰ ਨੇ, ਉਹਦੀ ਮੂਵੀ ਆਉਣੀ ਸੀ ਬੰਬੇ ਦੇ ਵਿੱਚ, ਉਹਨੇ ਇੱਕ ਸਟੋਰ ਦੇ ਵਿੱਚ ਜਾ ਕੇ ਇੱਕ ਸ਼ਰਟ ਚੋਰੀ ਕੀਤੀ
ਤਾਂ ਸ਼ਰਟ ਚੋਰੀ ਕਰਕੇ ਚਲਾ ਗਿਆ। ਜਿਹੜੇ ਬੰਦੇ ਅਰਬਾਂ ਰੁਪਈਏ ਬਣਾ ਕੇ ਬੈਠੇ ਆ ਉਹਨੂੰ ਇੱਕ ਸ਼ਰਟ ਚੋਰੀ ਕਰਨ ਦੀ ਕੀ ਲੋੜ ਹੈ ਜੀ। ਪਰ ਉਹ ਬਾਅਦ ਦੇ ਵਿੱਚ ਮੀਡੀਆ ਨੇ ਲਿਖਿਆ ਵੀ ਉਹਦੇ ਬਾਰੇ ਕਿ ਇਹ ਇੱਕ ਪਬਲਿਸਿਟੀ ਸਟੰਟ ਸੀ, ਕਿਉਂਕਿ ਉਹਦੇ ਵਿੱਚ ਫਿਰ ਪੁਲਿਸ ਰਿਪੋਰਟ ਲਿਖੀ ਗਈ, ਉਹ ਕੋਰਟ ਦੇ ਵਿੱਚ ਗਿਆ, ਜਿੱਥੇ ਜਿੱਥੇ ਜਾਂਦਾ ਉਹਦੀ ਪਬਲਿਸਿਟੀ ਆਉਂਦੀ। ਹਾਂਜੀ, ਬਿਜ਼ਨਸ ਦਾ ਨਾਮ ਆਉਂਦਾ, ਬਿਜ਼ਨਸ ਦਾ ਨਾਮ ਆਉਂਦਾ, ਇਹਨਾਂ ਦੀ ਫਿਲਮ ਆਉਣ ਲੱਗੀ ਆ। ਉਹ ਸਭ ਤੋਂ ਪਹਿਲੀ ਇਸ਼ੂ ਹੈਗੀ ਆ ਪਬਲਿਸਿਟੀ ਲਈ ਹਰ ਚੀਜ਼ ਕਰਨ ਲਈ ਤਿਆਰ ਹੈ ਅੱਜ ਕੱਲ੍ਹ। ਕੋਈ ਕਿਤਾਬ ਲਿਖ ਰਿਹਾ, ਕੋਈ ਕੁਛ ਲਿਖ ਰਿਹਾ। ਜੇ ਤੁਸੀਂ ਮਸ਼ਹੂਰ ਬਣਾਉਣੀ ਹੋਵੇ ਕਿਤਾਬ ਆਪਣੀ, ਉਹਦੇ ਵਿੱਚ ਕੰਟਰੋਵਰਸ਼ੀਅਲ ਚੀਜ਼ ਲਿਖੋ। ਹਾਂਜੀ, ਇਸ ਤਰ੍ਹਾਂ ਦੀ ਚੀਜ਼ ਲਿਖੋਗੇ ਜਿਹਦੇ ਨਾਲ ਅੱਗ ਲੱਗ ਜਾਵੇ ਜੀ। ਹੁਣ ਉਹ ਅੱਗ ਲੱਗਣ ਦੇ ਨਾਲ ਨੁਕਸਾਨ ਵੀ ਹੁੰਦਾ ਹੈ ਜੀ, ਖਾਸ ਤੌਰ ਤੇ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਲਾਅ ਐਂਡ ਆਰਡਰ ਨਹੀਂ ਹੈ। ਸਾਡੇ ਕਹਿੰਦੇ ਤਾਂ ਹੈ, ਸੰਵਿਧਾਨ ਦੇ ਵਿੱਚ ਵੀ ਲਿਖਿਆ ਹੈ, ਪਰ ਐਕਚੁਅਲੀ ਤਾਂ ਹੈ ਨਹੀਂ ਉੱਥੇ। ਦੇਖੋ ਇੱਕ ਐਗਜ਼ਾਮਪਲ ਹੈ, 10 ਸਾਲ ਪਹਿਲਾਂ ਇੱਥੇ ਡਾਕੂਮੈਂਟਰੀ ਬਣੀ ਸੀ US ਦੇ ਵਿੱਚ, ਇਨੋਸੈਂਸ ਆਫ ਮੁਸਲਿਮਸ। ਉਹਦੇ ਵਿੱਚ ਹਜ਼ਰਤ ਸਾਹਿਬ ਬਾਰੇ ਬਹੁਤ ਬਕਵਾਸ ਕੀਤਾ ਉਸ ਬੰਦੇ ਨੇ। ਉਹਦੇ ਵਿੱਚ ਬੜੀਆਂ ਟਿੱਪਣੀਆਂ ਕੀਤੀਆਂ ਮੁਸਲਮਾਨਾਂ ਦੇ ਖਿਲਾਫ। ਅਮਰੀਕਾ ਦੇ ਵਿੱਚ ਬੈਠਾ ਇੱਕ ਵੀ ਮੁਸਲਮਾਨ ਨਹੀਂ ਹਿੱਲਿਆ, ਕਿਸੇ ਦੀ ਜ਼ਰੂਰਤ ਨਹੀਂ ਪਈ ਵੀ ਉਹਨੂੰ ਕੁਝ ਕਹਿ ਦੇਵੇ ਬੰਦੇ ਨੂੰ। ਪਾਕਿਸਤਾਨ ਦੇ ਵਿੱਚ ਇੰਨੇ ਮੁਜ਼ਾਹਰੇ ਹੋਏ, ਸਾਊਦੀ ਅਰੇਬੀਆ ਦੇ ਵਿੱਚ ਮੁਜ਼ਾਹਰੇ ਹੋਏ, ਹਿੰਦੁਸਤਾਨ ਦੇ ਵਿੱਚ ਮੁਜ਼ਾਹਰੇ ਹੋਏ। ਪਾਕਿਸਤਾਨ 'ਚ ਇੱਕ ਬੰਦੇ ਨੇ ਇਹ ਵੀ ਕਿਹਾ ਕਿ ਅਸੀਂ ਉਸ ਪ੍ਰੋਡਿਊਸਰ ਨੂੰ ਮਾਰਨ ਲਈ $1,00,000 ਦੇਵਾਂਗੇ। ਪਰ $1,00,000 ਕਿੱਥੇ ਆਉਣਾ ਕਿਨੇ ਆ? US ਦੇ ਵਿੱਚ ਕਿਹੜਾ ਬੰਦਾ ਜਿਹੜਾ ਆ ਕੇ ਬਿੱਲੀ ਦੇ ਗੱਲ ਟੱਲੀ ਪਾਊਗਾ? ਕਿਉਂਕਿ ਇਹਨਾਂ ਦੇ ਰੂਲ ਆਫ ਲਾਅ ਆ ਨਾ। ਹਾਂਜੀ, ਇੱਥੇ ਸੈਕੰਡਲੀ ਇਹਨਾਂ ਨੂੰ ਪਤਾ ਲੱਗ ਜਾਵੇ ਨਾ ਪਾਕਿਸਤਾਨ 'ਚੋਂ ਬੰਦੇ ਨੇ ਆ ਕੇ ਮਾਰਿਆ, ਇਹ ਪਾਕਿਸਤਾਨ ਦੀਆਂ 10 ਸਿਟੀਜ਼ ਤਬਾਹ ਕਰਕੇ ਆਉਣਗੇ। ਇਸ ਗੱਲ ਤੋਂ ਡਰਦੇ ਆ, US ਤੋਂ ਇਸ ਕਰਕੇ ਡਰਦੇ ਆ ਕਿ ਇਹਨਾਂ ਨੇ ਇੱਥੇ ਹੀ ਨਹੀਂ ਬੰਦੇ ਨੂੰ ਫੜਨਾ, ਇਹਨਾਂ ਨੇ ਉਹਨਾਂ ਦਾ ਮੁਲਕ ਵੀ ਤਬਾਹ ਕਰਕੇ ਆਉਣਾ। ਜਿਨ੍ਹਾਂ ਦੇ ਵਿੱਚ ਸਾਨੂੰ ਪਤਾ ਆ, ਸਾਡੇ ਇਲਾਕੇ ਦੇ ਵਿੱਚ ਉੱਥੇ ਮੇਰਾ ਦੁਆਬੇ ਦੇ ਵਿੱਚ ਇੱਕ ਵਾਰੀ ਤੱਲਣ ਗੁਰਦੁਆਰਾ ਸਾਡੇ, ਹਾਂਜੀ, ਤੱਲਣ ਗੁਰਦੁਆਰੇ ਦੇ ਵਿੱਚ ਸ਼ਡਿਊਲ ਕਾਸਟ ਦੀ ਐਜੀਟੇਸ਼ਨ ਸ਼ੁਰੂ ਹੋਈ। ਉੱਥੇ ਸ਼ਡਿਊਲ ਕਾਸਟ ਨੇ ਜਿਉਂ ਅੱਗਾਂ ਲਾਉਣੀਆਂ ਸ਼ੁਰੂ ਕੀਤੀਆਂ, ਮੇਰਾ ਅਰਬਾਂ ਦਾ ਨੁਕਸਾਨ ਕੀਤਾ, ਅਰਬਾਂ ਦਾ। ਕਾਰਨ ਕੀ ਸੀ ਡਾਕਟਰ ਸਾਹਿਬ? ਉੱਥੇ ਦੋ ਧਿਰਾਂ ਦੀ ਲੜਾਈ ਹੋਈ ਸੀ, ਜੱਟਾਂ ਦੀ ਤੇ ਸ਼ਡਿਊਲ ਕਾਸਟ ਦੀ। ਤੇ ਇਸ ਕਰਕੇ ਜਿਹੜੀ ਸ਼ਡਿਊਲ ਕਾਸਟ ਕਮਿਊਨਿਟੀ ਆ ਉੱਥੇ ਹੈਗੀ ਵੀ ਜਲੰਧਰ ਦੇ ਵਿੱਚ ਬਹੁਤ ਹੈ। ਹਾਂਜੀ, ਉਹਨਾਂ ਨੇ ਅੱਗਾਂ ਲਾਉਣੀਆਂ ਸ਼ੁਰੂ ਕਰਤੀਆਂ। ਜਿਹੜਾ ਉਹਨਾਂ ਦਾ ਲੀਡਰ ਸੀ ਅੱਗਾਂ ਲਾਉਣ ਵਾਲਾ ਨਾ, ਵੈਸੇ ਤਾਂ ਉਹ ਜੇਲ੍ਹ 'ਚ ਹੋਣਾ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ MLA ਦਾ ਟਿਕਟ ਦਿੱਤਾ। ਉਹ ਬਣਿਆ ਵੀ ਬਾਅਦ ਵਿੱਚ MLA ਵੀ ਬਣਿਆ, ਐਤਕੀ ਹਰ ਗਿਆ ਵੈਸੇ, ਪਰ ਉਹ MLA ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਉੱਥੋਂ ਦੁਆਬੇ ਦੇ ਵਿੱਚੋਂ। ਇਹ ਸਾਡੇ ਤਾਂ ਹੈਗੀ ਹੈ ਜਿਹੜੀ ਵੀ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੰਟਰੋਵਰਸ਼ੀਅਲ ਬਾਤ ਵਿਵਾਦ ਵਾਲੀ ਗੱਲ ਆ ਜਾਂਦੀ ਹੈ। ਦੇਖੋ ਤੁਸੀਂ ਅੱਗਾਂ ਲਾਉਣ ਲੱਗੇ ਆ, ਇੱਥੇ ਤੁਸੀਂ ਗੱਡੀਆਂ ਨੂੰ ਅੱਗ ਲਾਉਂਦਾ ਦੇਖਿਆ ਕੋਈ? ਇੱਥੇ ਤਾਂ ਨਹੀਂ ਲਾਉਂਦੇ, ਬੱਸਾਂ ਨੂੰ ਨਹੀਂ ਕੋਈ ਲਾਉਂਦੇ, ਕਾਰਾਂ ਨਹੀਂ ਫੂਕਦੇ, ਕਿਉਂਕਿ ਉਹਨਾਂ ਨੇ ਫੜ ਕੇ ਅੰਦਰ ਕਰ ਦੇਣੇ। ਹਾਂਜੀ, ਸਾਡੇ ਉੱਥੇ ਪਤਾ ਵੀ ਇਹਨੂੰ ਟਿਕਟ ਮਿਲ ਜਾਣੀ ਜੀ, ਉੱਥੇ ਨਾਮ ਮਿਲਦਾ ਆ, ਸਾਡੇ ਇੱਥੇ ਜੇਲ੍ਹ ਹੋਣੀ ਹੈ। ਉਲਟੀ ਸਿਚੁਏਸ਼ਨ ਹੀ ਆ, ਉਲਟੀ ਗੰਗਾ ਹੈ ਨਾ। ਹਾਂਜੀ, ਹੁਣ ਧਾਰਮਿਕ ਭਾਵਨਾ ਦੀ ਗੱਲ ਕਰਦੇ ਹਾਂ। ਜਿਹੜਾ ਬੰਦਾ ਐਕਚੁਅਲੀ ਧਾਰਮਿਕ ਹੈ ਨਾ, ਜਿਹੜਾ ਯਕੀਨ ਕਰਦਾ ਹੈ ਕਿ ਰੱਬ ਚੀਜ਼ ਹੈ ਕੋਈ, ਜਿਹੜਾ ਇਹ ਜਾਣਦਾ ਕਿ ਰੱਬ ਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਇੱਥੇ ਹੁੰਦਾ, ਪੱਤਾ ਵੀ ਨਹੀਂ ਹਿਲਦਾ, ਪੱਤਾ ਨਹੀਂ ਹਿਲਦਾ, ਉਹ ਸਾਰੇ ਕਹਿੰਦੇ ਹਨ। ਉਹ ਬੰਦਾ ਸੋਚੂਗਾ ਕਿ ਜੇ ਇਹ ਰੱਬ ਦੇ ਖਿਲਾਫ ਕਿਸੇ ਨੇ ਗੱਲ ਕੀਤੀ ਆ, ਕਾਲੀ ਮਾਂ ਦੇ ਖਿਲਾਫ ਗੱਲ ਕੀਤੀ ਆ, ਅਸੀਂ ਤਾਂ ਉਹਨੂੰ ਅਰਦਾਸਾਂ ਕਰਦੇ ਹਾਂ ਕਾਲੀ ਮਾਂ ਦੇ ਨਾਂ ਤੇ ਕਿ ਸਾਨੂੰ ਆਹ ਦੇ ਦੇ, ਸਾਨੂੰ ਆਹ ਦੇ ਦੇ। ਉਹ ਆਪਣੇ ਆਪ ਨੂੰ ਡਿਫੈਂਡ ਕਰਨ ਜੋਗੀ ਵੀ ਹੈਗੀ ਹੈ। ਉਹਨੇ ਆਪਣਾ ਬਦਲਾ ਲੈ ਲੈਣਾ ਖੁਦ ਹੀ, ਰੱਬ ਨੇ ਆਪਣਾ ਬਦਲਾ ਖੁਦ ਹੀ ਲੈ ਲੈਣਾ। ਇਹ ਉਹਨਾਂ ਲੋਕਾਂ ਦੀ ਆ ਜਿਹੜੇ ਘੱਟ ਗਿਣਤੀ ਦੇ ਵਿੱਚ ਆ ਪਰ ਵਿਸ਼ਵਾਸ ਕਰਦੇ ਰੱਬ ਦੇ ਵਿੱਚ। ਅੱਛਾ, ਦੂਸਰੀ ਕਿਸਮ ਦੇ ਲੋਕ ਆ ਜਿਹੜੇ ਜਿਨ੍ਹਾਂ ਨੂੰ ਸ਼ਾਇਦ ਇਹ ਲੱਗਦਾ ਕਿ ਰੱਬ ਨੇ ਇਹਨਾਂ ਨੂੰ ਕੁਝ ਨਹੀਂ ਕਰਨਾ, ਪਰ ਉਹ ਵਿਸ਼ਵਾਸ ਜ਼ਰੂਰ ਕਰਦੇ ਰੱਬ ਦੇ ਵਿੱਚ, ਧਰਮ ਦੇ ਵਿੱਚ ਵਿਸ਼ਵਾਸ ਕਰਦੇ ਆ। ਉਹਨਾਂ ਦੀਆਂ ਜੋ ਤੁਸੀਂ ਕਿਸੇ ਨੂੰ ਉਹਨਾਂ ਦੇ ਰੱਬ ਨੂੰ ਕੁਝ ਕਹਿੰਦੇ, ਇਦਾਂ ਲੱਗਦਾ ਜਿੱਦਾਂ ਤੁਹਾਡੇ ਮਾਂ-ਬਾਪ ਨੂੰ ਕੁਝ ਕਹਿਤਾ ਹੁੰਦਾ। ਹਾਂਜੀ, ਉਹਨਾਂ ਦੀਆਂ ਵਾਕਿਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਹਾਂਜੀ, ਤੇ ਇਸ ਕਰਕੇ ਉਹ ਬਾਹਰ ਵੀ ਆਉਂਦੇ ਆ, ਉਹ ਮੁਜ਼ਾਹਰੇ ਕਰਦੇ ਆ, ਉਹ ਸੋਸ਼ਲ ਮੀਡੀਆ ਤੇ ਜਾਂਦੇ ਆ। ਤੇ ਤੀਸਰੇ ਕਿਸਮ ਦੇ ਬੰਦੇ ਹੈਗੇ ਆ ਜਿਹੜੇ ਪ੍ਰੋਫੈਸ਼ਨਲ ਆ, ਇਹ ਰੱਬ ਦੇ ਸਿਕਿਉਰਿਟੀ ਗਾਰਡ ਆ, ਆਪਣੇ ਥਾਪੇ। ਰੱਬ ਨੇ ਕੋਈ ਇਹਨਾਂ ਨੂੰ ਐਪਲੀਕੇਸ਼ਨ ਨਹੀਂ ਭੇਜੀ, ਇਹਨਾਂ ਨੇ ਆਪਣੇ ਆਪ, ਇਹ ਹੈਗੇ ਜਿਹੜੇ ਟਿਕਟਾਂ ਲੈਣ ਵਾਲੇ ਆ। ਜਿੱਦਾਂ ਸਾਡੇ ਇਲਾਕੇ ਦੇ ਵਿੱਚ ਇੱਕ ਬੰਦੇ ਨੂੰ ਟਿਕਟ ਮਿਲ ਗਈ
ਇਹ ਟਿਕਟਾਂ ਦੇ ਚਾਹਵਾਨ ਆ, ਲੀਡਰਸ਼ਿਪ ਦੇ ਚਾਹਵਾਨ ਆ, ਪੈਸਾ ਖਾਣ ਦੇ ਚਾਹਵਾਨ ਆ। ਇਹ ਬੰਦੇ ਜ਼ਿਆਦਾ ਐਕਟਿਵ ਆ, ਇਹ ਬੰਦੇ ਅੱਗਾਂ ਲਾਉਣ ਲਈ ਪਿਆਰ ਆ, ਇਹ ਬੰਦੇ ਫੂਕ ਕੇ ਰੱਖ ਦੇਣਗੇ, ਬੱਚੇ ਫੂਕ ਕੇ ਰੱਖ ਦਿੰਦੇ। ਇਹ ਹਾਂਜੀ ਡਿਫੈਂਡ ਕਾਹਨੂੰ ਕਰਦੇ? ਠੇਸ ਸਾਨੂੰ ਹੋਈ ਆ, ਬੱਚਿਆਂ ਨੂੰ ਕਾਹਨੂੰ ਅੱਗਾਂ ਕਾਹਨੂੰ ਲਾਉਂਦੇ ਫਿਰਦੇ ਜੀ? ਤੁਸੀਂ ਮਾਰਦੇ ਮਰਾਉਂਦੇ ਕਾਹਨੂੰ ਫਿਰਦੇ? ਜਿਸ ਰੱਬ ਨੂੰ ਤੁਸੀਂ ਬੇਅਦਬੀ ਕਹਿੰਦੇ ਹੋਈ ਆ, ਧਾਰਮਿਕ ਬੰਦਾ ਜਿਹੜਾ ਸੂਝਵਾਨ ਆ, ਅਕਲ ਵਾਲਾ, ਉਹ ਤਾਂ ਇਹੀ ਸੋਚਦਾ ਕਿ ਜਿਸ ਰੱਬ ਨੇ ਧਰਤੀ ਬਣਾਈ ਆ, ਅਸਮਾਨ ਬਣਾਇਆ, ਹਜ਼ਾਰਾਂ ਧਰਤੀਆਂ ਹੋਰ ਬਣਾਈਆਂ, ਉਹ ਆਪੇ ਹੀ ਇਹਨਾਂ ਦੇ ਨਾਲ ਬਦਲਾ ਲਊ। ਤੁਸੀਂ ਕੌਣ ਹੁੰਦੇ ਜੀ? ਜਿਹੜੇ ਬੰਦੇ, ਚਲੋ ਦੂਜੇ ਬੰਦੇ ਜਿਹੜੇ ਦੂਸਰੀ ਕੈਟਾਗਰੀ ਦੇ ਇਹ ਸੋਚਦੇ ਵੀ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ, ਉਹ ਜਾ ਕੇ ਅੱਗਾਂ ਨਹੀਂ ਲਾਉਂਦੇ। ਅੱਛਾ, ਇਹ ਜਿਹੜੀ ਹੈ ਇੱਕ ਖਾਸ ਕਿਸਮ ਦੇ ਬੰਦੇ ਆ, ਜਿਹੜੀ ਇਹ ਫਿਲਮ ਮੇਕਰ ਹੈ, ਇਹ ਜਾਣ ਬੁੱਝ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਇਹਨੇ, ਕਿਉਂਕਿ ਕੈਨੇਡਾ ਦੇ ਵਿੱਚ ਤੁਸੀਂ ਗੱਲ ਕਰਦੇ ਆ ਇਦਾਂ ਦੀ ਸੁਰੱਖਿਅਤ ਗੱਲ ਆ। ਹਾਂਜੀ, ਕਿਉਂਕਿ ਇੱਥੇ ਪੁਲਿਸ ਨੇ ਆ ਜਾਣਾ ਜੇ ਕੁਝ ਕਵੇ ਤਾਂ। ਜਿਹੜੇ ਕਹਿੰਦੇ ਆ ਵੀ ਸਾਡੇ ਧਾਰਮਿਕ ਵਿਸ਼ਵਾਸ ਤੇ ਭਾਵਨਾ ਨੂੰ ਠੇਸ ਪਹੁੰਚਾਈ ਆ, ਉਹ ਬੰਦੇ ਚੁੱਪ ਕਰਕੇ ਸੋਸ਼ਲ ਮੀਡੀਆ ਤੇ ਤਾਂ ਗਾਲਾਂ ਕੱਢ ਰਹੇ ਆ। ਹਾਂਜੀ, ਪਰ ਉਹਨੂੰ ਕੁਛ ਨਹੀਂ ਕਹਿਣਗੇ ਕਿਉਂਕਿ ਇਹਨਾਂ ਨੇ ਫੜ ਕੇ ਅੰਦਰ ਕਰ ਦੇਣਾ ਜੀ। ਅੱਛਾ, ਇਹੀ ਬੰਦੇ ਇਹਨਾਂ ਦੇ ਭਰਾ ਬੈਠੇ ਉਸੇ ਦਿੱਲੀ, ਕੋਈ ਬੰਬੇ, ਉੱਥੇ ਉਹ ਅੱਗਾਂ ਲਾਉਣੀਆਂ ਸ਼ੁਰੂ ਕਰਨਗੇ। ਹਾਂਜੀ, ਕਿਉਂਕਿ ਉੱਥੇ ਪਤਾ ਆ ਵੀ ਇਹ ਅੱਗਾਂ ਲਾਉਣ ਨਾਲ ਤਾਂ ਭਾਵਨਾਵਾਂ ਲੋਕਾਂ ਦੀਆਂ ਵਰਤ ਕੇ ਅਸੀਂ ਕੱਲ ਨੂੰ ਸਿਆਸਤਦਾਨ ਬਣ ਸਕਦੇ ਹਾਂ, ਟਿਕਟ ਮਿਲ ਜਾਊਗੀ ਸਾਨੂੰ। ਜੇ ਕਿਸੇ ਨੇ ਟਿਕਟ ਲੈਣੀ ਹੋਵੇ, ਅਗਲੇ ਨੂੰ ਇਹੀ ਪੁੱਛਦੇ ਆ ਕਿ ਤੂੰ ਅੱਗਾਂ ਲਵਾਈਆਂ ਸੀ, ਤੂੰ ਬੰਦੇ ਮਾਰੇ ਸੀ, ਤੇ ਕਿੰਨੇ ਕ੍ਰਿਮੀਨਲ ਚਾਰਜਿਸ ਆ? ਕਹਿੰਦਾ 18 ਆ। ਠੀਕ ਆ, ਤੈਨੂੰ ਤਾਂ ਵੱਡੀ ਟਿਕਟ ਦੇਣੀ ਚਾਹੀਦੀ ਕੋਈ MP ਦੀ। ਪਰ ਇਹ ਕਿੰਨੀ ਗਲਤ ਗੱਲ ਆ ਡਾਕਟਰ ਸਾਹਿਬ। ਨਹੀਂ, ਫਿਰ ਜਿਹੜੇ ਬੰਦੇ ਕੰਟਰੋਲ ਕਰਦੇ ਆ ਉਹ ਤਾਂ ਉਹੀ ਕੰਟਰੋਲ ਕਰਦੇ ਆ, ਗਲਤ ਹੋਵੇ ਚਾਹੇ ਠੀਕ ਹੋਵੇ। ਕਹਿੰਦੇ ਹੁੰਦੇ ਕਿ ਨਹੀਂ, ਜਿਹੜਾ ਪਾਵਰਫੁਲ ਬੰਦਾ ਆ, ਤਕੜਾ ਬੰਦਾ, ਉਹ ਕਰਦਾ ਜਿਹੜਾ ਉਹ ਕਰ ਸਕਦਾ ਹੈ, ਜਿਹੜਾ ਮਾੜਾ ਬੰਦਾ ਉਹ ਸਹਿੰਦਾ ਜਿਹੜਾ ਉਹਨੂੰ ਸਹਿਣਾ ਪੈਂਦਾ ਹੈ। ਉਹਦੇ ਕੋਲ ਚੋਇਸ ਨਹੀਂ ਹੁੰਦੀ ਕੋਈ। ਅਸੀਂ ਗੱਲ ਕਰਦੇ ਹਾਂ ਐਥੀਕਲ ਗੱਲ, اخلاق ਦੀ ਗੱਲ, ਬਈ ਇਹ ਹੋਣੀ ਚਾਹੀਦੀ ਹੈ, ਆਹ ਹੋਣੀ ਚਾਹੀਦੀ ਹੈ। ਜਿਹੜੀ ਪਾਵਰ ਸਟਰਗਲ ਆ, ਸ਼ੇਕਸਪੀਅਰ ਦਾ ਨਾਵਲ ਹੈ ਨਾ ਲੇਡੀ ਮੈਕਬੈਥ, ਹਾਂਜੀ, ਉਹ ਇੱਕ ਕਲਾਸੀਕਲ ਡਰਾਮਾ ਆ, ਤੁਸੀਂ ਪੜ੍ਹ ਕੇ ਦੇਖੋ। ਉਹ ਚ ਲਿਖਾਇਆ ਕਿ ਜਿਹੜੇ ਕੋਈ ਪਾਵਰ ਲਈ ਕੀ ਕੁਛ ਕਰ ਸਕਦਾ, ਪਾਵਰ ਲਈ ਕਤਲ ਵੀ ਹੋ ਸਕਦੇ ਆ। ਜਿਸ ਬੰਦੇ ਨੇ ਕੁਰਸੀ ਤੇ ਬੈਠਣਾ ਹੋਵੇ, ਉਹ ਲਾਸ਼ਾਂ ਦੇ ਢੇਰ ਦੇ ਉੱਤੋਂ ਦੀ ਲੰਘ ਕੇ ਕੁਰਸੀ ਤੇ ਬੈਠ ਸਕਦਾ। ਹਾਂਜੀ, ਇਹਦੇ ਵਿੱਚ ਇਹ ਇੱਕ ਜਗ੍ਹਾ ਤੇ ਨਹੀਂ, ਹਰ ਜਗ੍ਹਾ ਤੇ ਇਹ ਕੁਛ ਹੁੰਦਾ ਜੀ। ਜੀ, ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਅਸੀਂ ਅਖਲਾਕੀ ਤੌਰ ਤੇ ਗੱਲ ਕਰਦੇ ਹਾਂ ਜੀ, ਪਰ ਅਸਲ ਤੌਰ ਤੇ ਸਿਆਸਤ ਦੇ ਵਿੱਚ ਆਹ ਹੀ ਕੁਛ ਹੁੰਦਾ। ਰਿਐਲਿਟੀ ਦੇ ਵਿੱਚ ਤਾਂ ਇਹੀ ਹੈ ਕਿ ਕੁਰਸੀ ਦੇ ਲਈ ਤਾਂ ਕੋਈ ਰਿਸ਼ਤਾ ਨਾਤਾ ਨਹੀਂ ਸਾਹਮਣੇ ਹੁੰਦਾ, ਕੁਛ ਨਹੀਂ ਹੁੰਦਾ ਹੈਗਾ, ਸਿਰਫ ਕੁਰਸੀ ਦਿਖਦੀ ਹੁੰਦੀ ਹੈ। ਤੇ ਫਿਰ ਜਿੰਨੇ ਵੀ ਸਿੱਧੇ ਤਰੀਕੇ ਦੇ ਨਾਲ ਜਿਹੜੇ ਕੰਮ ਵੀ ਉਹਨੂੰ ਕਰਨੇ ਪੈਂਦੇ ਆ, ਕਰਦੇ ਆ। ਫਿਲਮ ਆ, ਇਹ ਹੈਗੀ ਆ ਸ੍ਰੀਲੰਕਾ ਬਾਰੇ ਵੈਸੇ, ਹਾਂਜੀ, ਜਿਹੜੀ ਡਾਕੂਮੈਂਟਰੀ ਆ ਇਹ, ਉਹਨੂੰ ਜਿੰਨੀ ਪਬਲਿਸਿਟੀ ਵੈਸੇ ਨਾਰਮਲੀ ਕਰਨੀ ਸੀ, ਉਹਨੂੰ ਪੈਸੇ ਦੇਣੇ ਪੈਣੇ ਸੀ, ਸਾਰੀ ਪਬਲਿਸਿਟੀ ਮੁਫਤ ਹੋਈ ਆ। ਖਾਸ ਤੌਰ ਤੇ ਜਿਹੜੇ ਆਪਣੇ ਕਹਿੰਦੇ ਕਿ ਸਾਡੇ ਧਾਰਮਿਕ ਭਾਵਨਾਵਾਂ ਹਰਟ ਹੋਈਆਂ, ਠੇਸ ਹੋਈਆਂ, ਉਹਨਾਂ ਨੇ ਉਹਨੂੰ ਜ਼ਿਆਦਾ ਪਬਲਿਸਿਟੀ ਦਿੱਤੀ ਹੈ। ਹਾਂਜੀ, ਐਕਚੁਅਲੀ ਡਾਕਟਰ ਸਾਹਿਬ ਟਵਿੱਟਰ ਤੇ ਵੀ ਟ੍ਰੈਂਡ ਕਰ ਰਿਹਾ ਸੀ ਜਦੋਂ ਇਹ ਪੋਸਟਰ ਉਹਨੇ ਸ਼ੇਅਰ ਕੀਤਾ ਸੀ, ਵਾਇਰਲ ਹੋਈ ਉਹ ਸਾਰੀ। ਹਾਂਜੀ ਹਾਂਜੀ, ਉਸ ਤੋਂ ਬਾਅਦ ਫਿਰ ਕਾਫੀ ਜ਼ਿਆਦਾ ਰੌਲਾ ਪਿਆ। ਉਹਦਾ ਏਮ ਪੂਰਾ ਹੋ ਗਿਆ, ਉਹ ਇਹੀ ਚਾਹੁੰਦੀ ਸੀ, ਪਬਲਿਸਿਟੀ ਵੀ ਚਾਹੁੰਦੀ, ਮਤਲਬ ਇਹ ਪਬਲਿਸਿਟੀ ਸਟੰਟ ਸੀਗਾ ਇੱਕ ਤਰ੍ਹਾਂ ਦਾ, ਜਿਹਨੇ ਕਾਫੀ ਜ਼ਿਆਦਾ ਹਾਹਾਕਾਰ ਮਚਾਈ ਸੋਸ਼ਲ ਮੀਡੀਆ ਦੇ ਉੱਤੇ। ਤੇ ਜੇ ਇਹ ਪਬਲਿਸਿਟੀ ਸਟੰਟ ਸੀ ਤਾਂ ਇਹਨਾਂ ਦਾ ਜਿਹੜਾ ਕਹਿ ਲਓ ਕਿ ਮੋਟਿਵ ਸੀਗਾ, ਮੰਤਵ ਸੀਗਾ, ਜੋ ਪੂਰਾ ਹੋ ਚੁੱਕਿਆ। ਡਾਕਟਰ ਸਾਹਿਬ, ਗੱਲ ਕਰਦੇ ਆ ਜੀ ਹੁਣ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਮਿਰ ਜ਼ੈਲੈਂਸਕੀ ਬਾਰੇ। ਉਹਨਾਂ ਨੇ ਕਿਹਾ ਕਿ ਵੈਸਟ ਨੂੰ ਉਹਨਾਂ ਨੂੰ ਹੁਣ ਸਿਕਿਉਰਿਟੀ ਦੀ ਗਾਰੰਟੀ ਦੇਣੀ ਚਾਹੀਦੀ ਆ, ਕਿਉਂਕਿ ਹੁਣ ਨੈਟੋ ਮੈਂਬਰਸ਼ਿਪ ਦੇ ਲਈ ਤਾਂ ਪਹਿਲਾਂ ਹੀ ਦੇਖੋ ਲੜਾਈ ਉੱਥੋਂ ਸ਼ੁਰੂ ਕਰਵਾਈ, ਹੁਣ ਕਹਿੰਦੇ ਕਿ ਚਲੋ ਠੀਕ ਹੈ ਮੈਂ ਮੈਂਬਰ ਨਹੀਂ ਬਣਦਾ ਹੈਗਾ। ਤੇ ਨਾਲ ਹੀ ਕਹਿੰਦੇ ਕਿ ਜਿਹੜਾ ਰਸ਼ੀਆ ਨਾ ਉਹ ਯੂਕਰੇਨ ਨੂੰ ਯੂਜ਼ ਕਰਕੇ ਬਾਕੀ ਯੂਰਪੀਅਨ ਸਟੇਟਸ ਤੇ ਵੀ ਹਮਲੇ ਕਰ ਸਕਦਾ, ਕੇਂਦਰ ਬਿੰਦੂ ਇਹਨੂੰ ਮੰਨਦੇ ਹੋਏ। ਤੇ ਫਿਰ ਇਹਦੇ ਬਾਰੇ ਦੱਸੋ, ਤੁਸੀਂ ਕੀ ਕਹਿਣਾ ਚਾਹੋਗੇ? ਸਕੂਲ ਦੇ ਵਿੱਚ ਕੋਈ ਕਮਜ਼ੋਰ ਬੱਚੇ ਨੂੰ ਤਕੜਾ ਬੱਚਾ ਮਾਰਦਾ ਨਾ, ਤੇ ਉਹ ਕਮਜ਼ੋਰ ਬੱਚਾ ਫਿਰ ਦੂਸਰੇ ਸਾਰਿਆਂ ਨੂੰ ਕਹਿੰਦਾ ਹੁਣ ਮੈਨੂੰ ਤਾਂ ਮਾਰਦਾ, ਤੁਸੀਂ ਮੇਰੀ ਮਦਦ ਤਾਂ ਆਏ ਨਹੀਂ, ਪਰ ਇਹਨੇ ਤੁਹਾਨੂੰ ਵੀ ਮਾਰਨਾ ਬਾਅਦ ਦੇ ਵਿੱਚ। ਉਹ
ਜ਼ੇਲੈਂਸਕੀ ਸਾਹਿਬ ਇਹੀ ਕਹਿ ਰਹੇ ਹੁਣ ਹਾਂਜੀ ਵੀ ਹੁਣ ਮੇਰੇ ਕਰਕੇ ਤੁਸੀਂ ਚੁੱਪ ਕਰਕੇ ਬੈਠੇ ਆ ਤੇ ਮੇਰੇ ਤੋਂ ਬਾਅਦ ਤੁਹਾਡੇ ਵੱਲ ਵੀ ਆ ਜਾਣਾ ਇਹਨਾਂ ਨੇ। ਉਹ ਡਰਾਵਾ ਦੇ ਰਹੇ ਹਾਂਜੀ ਰਸ਼ੀਆ ਵਾਲਿਆਂ ਨੇ ਬਾਕੀਆਂ ਦੇ ਮਗਰ ਕਿਉਂ ਜਾਣਾ ਉਹਨਾਂ ਨੇ। ਤੁਹਾਡੀ ਤਾਂ ਇੱਕ ਇਸ਼ੂ ਸੀ, ਉਹਨਾਂ ਨੇ ਕਿਹਾ ਸੀ ਵੀ ਨੇਟੋ ਦੇ ਮੈਂਬਰ ਨਾ ਬਣੋ, ਸਾਡੇ ਦੇ ਨਾਲ ਨਾ ਦੁਸ਼ਮਣੀ ਮੁੱਲ ਲਓ। ਹੁਣ ਤੁਸੀਂ ਕਹਿੰਦੇ ਨਹੀਂ ਅਸੀਂ ਬਣਦੇ, ਹੁਣ ਉਹਨਾਂ ਨੇ ਥੋੜੀਆਂ ਮੰਗਾਂ ਐਡ ਕਰ ਦਿੱਤੀਆਂ। ਹਾਂਜੀ ਤਾਂ ਜਿਹੜੀਆਂ US ਦੇ ਵਿੱਚ ਉਹ ਆਲਰੇਡੀ ਡਿਸਕਸ਼ਨ ਕਰਦੇ ਆ ਪ੍ਰਾਈਵੇਟ ਕਿ ਜਿਹੜਾ ਇਲਾਕਾ ਉਹਨਾਂ ਨੇ ਮੰਨ ਲਿਆ ਉਹਨਾਂ ਨੇ ਉੱਠਣਾ ਨਹੀਂ ਉੱਥੇ। ਹਾਂਜੀ ਡਨਬਾਸ ਰੀਜਨ ਅੱਗੇ ਪਹਿਲਾਂ ਕ੍ਰਾਈਮੀਆ ਗਿਆ ਸੀ ਇਹਨਾਂ ਦਾ, ਹੁਣ ਡਨਬਾਸ ਰੀਜਨ ਚਲਾ ਜਾਣਾ। ਤਾਂ ਥੋੜੀ ਦੇਰ ਬਾਅਦ ਤੁਸੀਂ ਦੇਖਿਓ ਕਿ ਜ਼ੇਲੈਂਸਕੀ ਸਾਈਨ ਕਰੂਗਾ ਐਗਰੀਮੈਂਟ ਤੇ। ਇਹਨਾਂ ਨੇ ਉਹੀ ਗੱਲ ਕਰਨੀ ਹੈ ਕਿ 100 ਗੰਡਾ ਵੀ ਖਾਣਾ, 100 ਛਿੱਤਰ ਵੀ ਖਾਣਾ ਤੇ 100 ਰੁਪਈਆ ਵੀ ਦੇਣਾ। ਜੀ ਬਿਲਕੁਲ ਸਹੀ ਕਿਹਾ ਤੁਸੀਂ ਡਾਕਟਰ ਸਾਹਿਬ, ਕਿਉਂਕਿ ਜਦੋਂ ਜਿਹੜੀਆਂ ਗੱਲਾਂ ਤੋਂ ਲੜਾਈ ਸ਼ੁਰੂ ਹੋਈ ਸੀ ਉਹਦੇ ਤੋਂ ਬਾਅਦ ਤੁਸੀਂ ਹੁਣ ਤੱਕ ਦੇਖ ਲਓ ਵੀ ਕਿੰਨਾ ਜ਼ਿਆਦਾ ਨੁਕਸਾਨ ਹੋ ਗਿਆ, ਤੇ ਨਾਲੇ ਹੁਣ ਮੰਨ ਵੀ ਲਿਆ ਹੈਗਾ ਤੇ ਇੰਨਾ ਜ਼ਿਆਦਾ ਨੁਕਸਾਨ ਕਰਾ ਕੇ ਲੋਕਾਂ ਨੂੰ ਬੇਘਰ ਕਰਕੇ ਇੰਨਾ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਾਅਦ ਤੇ ਹੁਣ ਜ਼ੇਲੈਂਸਕੀ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰੇ ਵੈਸਟ। ਡਾਕਟਰ ਸਾਹਿਬ ਅਗਲੀ ਖਬਰ ਜਿਹੜੀ ਹੈਗੀ ਆ ਇਹਦਾ ਸਬੰਧ ਹੈਗਾ ਕਿ ਰਸ਼ੀਆ ਦੇ ਨਾਲ ਰਸ਼ੀਆ ਨੇ ਵੈਸਟ ਨੂੰ ਇੱਕ ਚੇਤਾਵਨੀ ਦਿੱਤੀ ਹੈ। ਰਸ਼ੀਆ ਨੇ ਵੈਸਟ ਨੂੰ ਕਿਹਾ ਕਿ ਜਿਹੜੇ ਉਹ ਹਥਿਆਰ ਭੇਜਦੇ ਹੈਗੇ ਆ ਵੈਸਟ ਵਾਲੇ, ਉਹਨਾਂ ਵਿੱਚੋਂ ਉਹ ਨਿਰਧਾਰਿਤ ਜਿਹੜੀ ਮੰਜ਼ਿਲ ਆ ਜਿਨ੍ਹਾਂ ਦੇ ਲਈ ਭੇਜਦੇ, ਜਿੱਥੋਂ ਲਈ ਭੇਜਦੇ ਉੱਥੇ ਤਾਂ ਉਹ ਪਹੁੰਚਦੇ ਨਹੀਂ ਹੈਗੇ, ਗਲਤ ਹੱਥਾਂ ਦੇ ਵਿੱਚ ਜਾ ਰਹੇ ਨੇ ਤੇ ਜਿਹੜਾ ਇਹਦਾ ਨਤੀਜਾ ਉਹ ਕੋਈ ਬਹੁਤਾ ਵਧੀਆ ਹੋਣਾ ਨਹੀਂ ਹੈਗਾ। ਤੇ ਉਹਨਾਂ ਨੇ ਕਿਹਾ ਕਿ ਮਿਡਲ ਈਸਟ ਰੀਜਨ ਤੇ ਜਿਹੜੀ ਬਲੈਕ ਮਾਰਕੀਟ ਦੇ ਵਿੱਚ ਜਿਹੜੇ ਹਥਿਆਰ ਹੈਗੇ ਇਹਨਾਂ ਦੀ ਵਿਕਰੀ ਆਮ ਹੋਈ ਪਈ ਹੈ, ਜਿਹੜੇ ਉਹ ਵੀ ਬਹੁਤ ਵੱਡੇ ਹਥਿਆਰ ਹੈਗੇ ਆ, ਪੂਰੇ ਜਿਹੜੇ ਮਾਡਰਨ ਤੇ ਲੇਟੈਸਟ ਹੈਗੇ ਆ। ਕੀ ਕਹਿਣਾ ਚਾਹੋਗੇ? ਦੇਖੋ ਇਹਨਾਂ ਨੇ ਪ੍ਰੈਸ਼ਰ ਦੇ ਅੰਦਰ ਆ ਕੇ ਅਮਰੀਕਾ ਵਾਲਿਆਂ ਨੇ ਤਾਂ $40 ਬਿਲੀਅਨ ਦੇ $40,000 ਮਿਲੀਅਨ ਦੇ ਵੈਪਨ ਭੇਜੇ ਉਹਨਾਂ ਨੂੰ, ਹਥਿਆਰ। ਬਾਕੀ ਵੀ ਮੁਲਕਾਂ ਤੇ ਯੂਰਪੀਅਨ ਯੂਨੀਅਨ ਦੇ ਇਹੀ ਪ੍ਰੈਸ਼ਰ ਪਿਆ ਕਿ ਤੁਸੀਂ ਇਹਨਾਂ ਨੂੰ ਮਾਡਰਨ ਹਥਿਆਰ ਭੇਜੋ। ਕਈਆਂ ਨੇ ਤਾਂ ਵੈਸੇ ਜਿੱਦਾਂ ਜਰਮਨੀ ਵਾਲਿਆਂ ਨੇ ਤਾਂ ਕਹਿਤਾ, ਫਿਰ ਬਾਅਦ ਦੇ ਵਿੱਚ ਕਹਿੰਦੇ ਸੀ ਸਾਡੇ ਤੋਂ ਤਾਂ ਹੈ ਹੀ ਨਹੀਂ ਕੁਝ ਦੇਣ ਨੂੰ। ਹਾਂਜੀ ਕੈਨੇਡਾ ਵਾਲਿਆਂ ਨੇ ਵੀ ਕਹਿਤਾ ਸੀ, ਇਹਨਾਂ ਨੂੰ ਪਤਾ ਲੱਗਾ ਸਾਡੇ ਤੋਂ ਆਪਣੇ ਕੋਲ ਹਥਿਆਰ ਹੈ ਨਹੀਂ। ਹਾਂਜੀ ਅੱਛਾ ਚਲੋ ਫੇਰ ਵੀ ਇਹਨਾਂ ਤੇ ਪ੍ਰੈਸ਼ਰ ਪਿਆ ਤੇ ਇਹਨਾਂ ਨੇ ਦਿੱਤੇ। ਉਹ ਕਹਿੰਦੇ ਕਿ ਇਹ ਜਿਹੜੇ ਤੁਸੀਂ ਆਪ ਹੀ ਦੇਖ ਲਓ ਕਿ ਜੇ ਇੰਨੇ ਹਥਿਆਰ ਦਿੱਤੇ ਆ, ਇੰਨੇ ਡੈਡਲੀ ਹਥਿਆਰ ਦਿੱਤੇ ਉਹਨਾਂ ਨੂੰ, ਤਾਂ ਉਹ ਕਦੇ ਉਹਨਾਂ ਤੋਂ ਵਰਤੇ ਹੀ ਨਹੀਂ ਹੁੰਦੇ। ਕੀ ਕਿੱਥੇ ਗਏ, ਕਿੱਥੇ? ਹਾਂਜੀ ਚਾਹੇ ਰਸ਼ੀਆ ਵਾਲੇ ਕਹਿੰਦੇ ਚਾਹੇ ਨਹੀਂ ਕਹਿੰਦੇ, ਇੰਡੀਪੈਂਡੈਂਟ ਆਬਜ਼ਰਵਰ ਇਹੀ ਸੋਚਦੇ ਆ ਕਿ ਉਹ ਹਥਿਆਰ ਗਏ ਕਿੱਥੇ। ਹਾਂਜੀ ਹੁਣ ਮਿਡਲ ਈਸਟ ਤੋਂ ਖਬਰਾਂ ਆ ਰਹੀਆਂ ਕਿ ਮਿਡਲ ਈਸਟ ਦੇ ਕਈ ਕੰਟਰੀਜ਼ ਆ ਜਿੱਥੇ ਉਹ ਹਥਿਆਰ ਅੱਗੇ ਜਾ ਕੇ ਵੇਚੇ ਜਾ ਰਹੇ ਆ। ਕੌਣ ਵੇਚਦਾ ਆ? ਇਹਨਾਂ ਦੇ ਆਰਮੀ ਦੇ ਕਮਾਂਡਰ ਵੇਚ ਰਹੇ ਆ ਜਾਂ ਨਹੀਂ, ਇਹ ਪਤਾ ਲੱਗੂਗਾ। ਡਿਫੈਂਸ ਮਿਨਿਸਟਰੀ ਦੇ ਵਿੱਚੋਂ ਕੋਈ ਵੇਚ ਰਿਹਾ ਜਾਂ ਸਮਗਲਰ ਰਾਹ ਦੇ ਵਿੱਚੋਂ ਹੀ ਖਰੀਦ ਕੇ ਲਿਆ ਰਹੇ ਆ। ਉਹ ਕਹਿੰਦੇ ਗਲਤ ਹੱਥਾਂ ਦੇ ਵਿੱਚ ਜਾ ਰਹੇ ਆ, ਔਰ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਲੜਾਈ ਦੀ ਸੰਭਾਵਨਾ ਪਹਿਲਾਂ ਹੀ ਵੀ ਆ। ਹਾਂਜੀ ਮਿਡਲ ਈਸਟ ਦੇ ਵਿੱਚ ਵੈਸੇ ਵੀ ਲੜਾਈਆਂ ਹੁੰਦੀਆਂ ਰਹਿੰਦੀਆਂ। ਜੀ ਜੀ ਇੱਕ ਲੜਾਈ ਤੇ ਚੱਲਦੀ ਹੈ, ਸਾਊਦੀ ਅਰੇਬੀਆ ਨੇ ਭੇਜੀਆਂ ਫੋਰਸਸ ਆਪਣੇ ਯੈਮਨ ਦੇ ਵਿੱਚ, ਤੇ ਉਹ ਦੂਜਿਆਂ ਨੂੰ ਕਟਰ ਵਾਲਿਆਂ ਨੂੰ ਵੀ ਧਮਕੀ ਦਿੰਦੇ ਆ। ਉਹ ਕਹਿੰਦੇ ਕਿ ਇਹਨਾਂ ਦੀ ਲੜਾਈ ਹੋ ਜਾਣੀ ਹੈ ਇੱਕ ਦੂਜੇ ਨਾਲ। ਜਿਹੜੇ ਤੁਹਾਡੇ ਹਥਿਆਰ ਹੈ ਇੱਥੇ ਤਾਂ ਇਹਨਾਂ ਤੋਂ ਵਰਤ ਨਹੀਂ ਹੋਣੇ, ਉੱਥੇ ਵਰਤ ਹੋਣੇ ਆ। ਇੱਥੇ ਜਿਹੜਾ ਕਿਊਬੈਕ ਦੇ ਵਿੱਚੋਂ ਵੋਲੀ ਆਇਆ ਸੀ ਉਹਨਾਂ ਦਾ ਸ਼ਾਰਪ ਸ਼ੂਟਰ, ਉਹ ਇਸੇ ਕਰਕੇ ਕਹਿੰਦਾ ਸੀ। ਉਹਦੀ ਮੁੜ ਕੇ ਪ੍ਰੈਸ ਕਾਨਫਰੰਸ ਨਹੀਂ ਕਿਸੇ ਨੇ ਕੀਤੀ, ਉਹ ਬਲੌਗ ਤਾਂ ਲਿਖਦਾ ਹੈ। ਉਹ ਕਹਿੰਦਾ ਕਿ ਮੈਂ ਦੇਖੇ ਕਮਾਂਡਰ ਆਰਮੀ ਦੇ ਖੁਦ ਹਥਿਆਰ ਵੇਚਦੇ। ਹਾਂਜੀ ਉਹਨਾਂ ਨੇ ਤਾਂ ਖੁਲਾਸਾ ਕੀਤਾ ਸੀ ਡਾਕਟਰ ਸਾਹਿਬ। ਉਹ ਕਹਿੰਦਾ ਮੈਂ ਉਸ ਤੋਂ ਬਾਅਦ ਛੱਡ ਕੇ ਆਇਆ ਵੀ ਜੇ ਇਹਨਾਂ ਦੇ ਕਮਾਂਡਰਾਂ ਦਾ ਇਹ ਹਾਲ ਆ ਤੇ ਆਮ ਜਿਹੜੇ ਪਿੱਛੇ ਬੈਠੇ ਸਿਵਿਲੀਅਨ ਉਹ ਕੀ ਕਰਦੇ ਹੋਣਗੇ। ਜੀ ਇਹ ਡਿਸਪਲਿਨਡ ਫੋਰਸ ਦਾ ਇਹ ਹਾਲ ਹੈ। ਜੀ ਡਾਕਟਰ ਸਾਹਿਬ ਵੈਸੇ ਵੀ 28,000 ਟਨਸ ਆਫ ਮਿਲਟਰੀ ਕਾਰਗੋ ਆ ਜਿਹੜਾ ਵੈਸਟ ਵੱਲੋਂ ਆਲਰੇਡੀ ਭੇਜਿਆ ਜਾ ਚੁੱਕਾ ਉੱਥੇ। ਉਹ ਕਿੱਥੇ ਗਿਆ ਕਿਸੇ ਨੂੰ ਨਹੀਂ ਪਤਾ, ਇਹ ਕਿਸੇ ਨੂੰ ਨਹੀਂ ਪਤਾ। ਹਾਂਜੀ ਇੱਕ ਇਹ ਸਵਾਲ ਹੀ ਬਣਿਆ ਹੋਇਆ। ਇਹ ਤੋਂ ਪਹਿਲਾਂ ਵੀ ਤੁਹਾਨੂੰ ਜੇ ਯਾਦ ਹੋਵੇ ਹਥਿਆਰਾਂ ਦਾ ਇੱਕ ਹੋਰ ਜ਼ਖੀਰਾ ਜਿਹੜਾ ਇਹਨਾਂ ਨੇ ਭੇਜਿਆ ਸੀ ਉਹ ਵੀ ਗਾਇਬ ਹੋ ਗਿਆ ਸੀ। ਇੱਕ ਤਾਂ ਇਹਨਾਂ ਨੇ ਰਸ਼ੀਆ ਵਾਲਿਆਂ ਨੇ ਤਬਾਹ ਹੀ ਕਰ ਦਿੱਤਾ ਸੀ। ਹਾਂਜੀ ਉਹਨਾਂ ਨੇ ਬੰਦਰਗਾਹ ਤੇ ਲਾਏ, ਉਹਨਾਂ ਨੇ ਆ ਕੇ ਮਿਸਲਾਂ ਮਾਰਤੀ। ਹਾਂਜੀ ਤੇ ਉਹ ਅੱਗੇ ਜਾਣ ਜੋਗਾ ਹੀ ਨਹੀਂ ਰਿਹਾ। ਜੀ ਜੀ ਡਾਕਟਰ ਸਾਹਿਬ ਰੁਕ ਕਰਦੇ ਹਾਂ ਅਗਲੀ ਖਬਰ ਵੱਲ। ਇੰਸਟੀਚਿਊਟ ਫਾਰ ਨਿਊ ਸੋਸ਼ਲ ਆਂਸਰ ਯਾਨੀ ਕਿ INSA ਵੱਲੋਂ ਇੱਕ ਸਰਵੇ ਕਰਵਾਇਆ ਗਿਆ ਸੀ
ਤੇ ਉਸ ਸਰਵੇ ਦੇ ਅਨੁਸਾਰ ਰਸ਼ੀਅਨ ਗੈਸ ਦੀ ਜਿਹੜੀ ਘੱਟ ਸਪਲਾਈ ਤੇ ਯੂਰਪੀਅਨ ਯੂਨੀਅਨ ਦੇ ਵਿੱਚ ਮਹਿੰਗਾਈ ਦੇ ਵਧਣ ਦੇ ਕਾਰਨ ਜਿਹੜੀਆਂ ਆਉਣ ਵਾਲੀਆਂ ਸਰਦੀਆਂ ਵਿੱਚ ਹੈਗੀਆਂ, ਆਉਣ ਵਾਲੀਆਂ ਸਰਦੀਆਂ ਨੇ ਉਦੋਂ ਹੀਟਿੰਗ ਦੀ ਪ੍ਰੋਬਲਮ ਆ ਸਕਦੀ ਆ। ਤੇ ਪੋਲ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ 75% ਜਿਹੜੇ ਰਿਸਪੋਂਡੈਂਟ ਸੀ ਉਹ ਕਹਿੰਦੇ ਕਿ ਜਿਹੜੀ ਰੀਸੈਂਟ ਪ੍ਰਾਈਸ ਹਾਈਕ ਹੈਗੀ ਉਹਨੇ ਕਾਫੀ ਜ਼ਿਆਦਾ ਉਹਨਾਂ ਤੇ ਬਰਡਨ ਪਾਤਾ, ਲੱਕ ਤੋੜ ਕੇ ਰੱਖ ਦਿੱਤਾ ਉਹਨਾਂ ਦਾ। ਦੇਖੋ, ਯੂਰਪ ਨੂੰ ਜਿਹੜੇ ਸਪਲਾਈ ਕਰਦੇ ਆ ਮੇਨ ਗੈਸ ਉਹ ਹੈਗੇ ਰਸ਼ੀਆ ਵਾਲੇ। ਉਹਨਾਂ ਨੇ ਕਟਰ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਕਟਰ ਵਾਲਿਆਂ ਨੇ ਇਹ ਕਿਹਾ ਕਿ ਇਹ ਚਾਹੁੰਦੇ ਸੀ ਕਿ ਜੇ ਹੁਣ ਸਾਡੇ ਹੱਥ ਹੀ ਆਏ ਆ ਤਾਂ 30 ਸਾਲ ਦਾ ਉਹਨਾਂ ਤੋਂ ਐਗਰੀਮੈਂਟ ਮੰਗਦੇ ਸੀ। ਉਹਨਾਂ ਨੇ ਨਾ ਕਰ ਦਿੱਤੀ ਕਿ ਅਸੀਂ ਤਾਂ ਵਕਤੀ ਤੌਰ ਤੇ ਚਾਹੁੰਦੇ ਹਾਂ, ਇੱਕ ਤਾਂ ਤੁਸੀਂ ਸਾਨੂੰ ਗੈਸ ਮਹਿੰਗੀ ਦੇ ਰਹੇ ਹੋ। CNG ਦੀਆਂ ਪ੍ਰਾਈਸਿਸ ਇਸ ਸਾਲ ਦੇ ਵਿੱਚ 700% ਵਧੀਆਂ। ਤੇ ਜੇ ਅਸੀਂ ਦੇਖੀਏ ਕਿ ਗੈਸ ਕਿਹਨਾਂ ਦੇ ਕੋਲ ਜ਼ਿਆਦਾ ਆ, ਪਾਕਿਸਤਾਨ ਦੇ ਬਿਲਕੁਲ ਲਾਗੇ ਆ ਸੈਂਟਰਲ ਏਸ਼ੀਆ, ਉਹਨਾਂ ਦੇ ਕੋਲ ਲੋੜੇ ਦਾ ਗੈਸ ਪਿਆ। ਇਹਨਾਂ ਨੂੰ ਜੇ ਇਹਨਾਂ ਦੀ ਸਰਕਾਰ ਉੱਥੇ ਇਸਲਾਮਾਬਾਦ ਦੀ ਕੁਝ ਕਰ ਸਕਦੀ ਆ ਤਾਂ ਉਹ ਅਫਗਾਨਿਸਤਾਨ ਦੇ ਤਾਲਿਬਾਨ ਦੇ ਵੀ ਹੱਕ ਆ, ਕਿਉਂਕਿ ਉਹਨਾਂ ਨੂੰ ਮੁਫਤ ਤੇ ਪੈਸੇ ਮਿਲਣੇ। ਉੱਥੋਂ ਸੈਂਟਰਲ ਏਸ਼ੀਆ ਦੇ ਵਿੱਚੋਂ ਪਾਈਪਲਾਈਨ ਕੱਢਣ ਤੇ ਇਹ ਲਿਆ ਕੇ ਪਾਕਿਸਤਾਨ ਦੇ ਵਿੱਚ ਹੀ ਰੱਖਣ ਔਰ ਗਾਹਾਂ ਵੀ ਵੇਚ ਸਕਦੇ, ਅੱਗੇ ਵੀ ਇੰਟਰਨੈਸ਼ਨਲ ਮਾਰਕੀਟ ਦੇ ਵੇਚ ਸਕਦੇ। ਹਾਂਜੀ, ਇਹ ਹੈਗਾ ਕਿਉਂਕਿ ਦੁਨੀਆ ਭਰ ਦੇ ਵਿੱਚ ਗੈਸ ਦੀ ਜ਼ਰੂਰਤ ਪੈਂਦੀ ਹੈ ਜੀ। ਤਾਂ ਵੈਸਟਰਨ ਯੂਰਪ ਦੇ ਵਿੱਚ ਉਹਨਾਂ ਦੇ ਕੋਲ ਆਪਣੀ ਗੈਸ ਹੈ ਨਹੀਂ ਗੀ, ਰਸ਼ੀਆ ਤੇ ਡਿਪੈਂਡੈਂਟ ਸੀ। ਹੁਣ ਉਹਨਾਂ ਨੂੰ ਵਕਤ ਪਿਆ ਆ। ਜਰਮਨੀ ਦੇ ਵਿੱਚ ਕਟਾਊਨ ਨੇ ਹੁਣ ਪਿੱਛੇ ਜਿਹਾ ਕਿਹਾ ਕਿ ਤੁਸੀਂ ਇੰਨਾ ਚਿਰ ਹੀ ਬਹੁਤ ਘੱਟ ਜਿਹੜਾ ਪਾਣੀ ਤੱਤਾ ਕਰ ਸਕਦੇ ਹੋ ਉਹਨੂੰ। ਹੁਣ ਲੋਕੀ ਠੰਡੇ ਪਾਣੀ ਨਾਲ ਨਹਾਉਣ ਲੱਗ ਜੇ। ਤਾਂ ਗਰਮੀਆਂ ਆ, ਚਲੋ ਠੰਡੇ ਪਾਣੀ ਨਾਲ ਵੀ ਨਹਾ ਸਕਦੇ। ਸਾਡੇ ਇੱਥੇ ਤਾਂ ਬਹੁਤ ਹੀ ਜ਼ਿਆਦਾ ਠੰਡਾ ਹੁੰਦਾ ਨਾ। ਹਾਂਜੀ, ਸਰੀ ਦੇ ਵਿੱਚ ਤੁਸੀਂ ਜਿੱਦਾਂ ਵੈਨਕੂਵਰ ਦੇ ਵਿੱਚ ਠੰਡੇ ਪਾਣੀ ਨਾਲ ਨਹੀਂ ਨਹਾ ਸਕਦੇ। ਉਦੋਂ ਬਾਅਦ ਨਹਾ ਲਓਗੇ ਫਿਰ ਉੱਠਣ ਜੋਗੇ ਨਹੀਂ ਹੋਣਾ। ਹਾਂਜੀ, ਕਿਉਂਕਿ ਇਹ ਬਹੁਤ ਜ਼ਿਆਦਾ ਠੰਡਾ ਪਾਣੀ ਹੈ। ਸਾਡੀ ਲੇਕ ਦੇ ਵਿੱਚੋਂ ਜਿਹੜਾ ਆਉਂਦਾ ਆ ਬਿਲਕੁਲ ਠੰਡਾ ਪਾਣੀ। ਕਈਆਂ ਜਗ੍ਹਾ ਤੇ ਮੈਂ ਯੂਰਪ ਦੇ ਵਿੱਚ ਦੇਖਿਆ ਜਿੱਥੇ ਠੰਡਾ ਪਾਣੀ ਇੰਨਾ ਨਹੀਂ ਹੈ, ਉਹਦੇ ਨਾਲ ਨਹਾਇਆ ਵੀ ਜਾ ਸਕਦਾ। ਪਰ ਸਰਦੀਆਂ ਦੇ ਵਿੱਚ ਕੀ ਕਰੋਗੇ ਤੁਸੀਂ? ਹਾਂਜੀ, ਸਰਦੀਆਂ 'ਚ ਤਾਂ ਪ੍ਰੋਬਲਮ ਆ ਜਾਣੀ ਆ। ਸਰਦੀਆਂ ਦੇ ਵਿੱਚ ਕੁੱਕੜ ਬਣ ਜਾਓਗੇ ਨਾ। ਹਾਂਜੀ, ਉਸ ਗੱਲ ਤੋਂ ਡਰਦੇ ਹੋਏ 70% ਲੋਕੀ ਕਹਿ ਰਹੇ ਕਿ ਭਵਿੱਖ ਸਾਨੂੰ ਮਾੜਾ ਹੀ ਲੱਗਦਾ। ਹਾਂਜੀ, ਇਸ ਵੇਲੇ ਵੀ ਪ੍ਰਾਈਸਿਸ ਵੱਧ ਰਹੀਆਂ ਆ ਬਿਕੋਜ਼ ਆਫ ਯੂਕਰੇਨ ਰਸ਼ੀਆ ਵਾਰ। ਹਾਂਜੀ, ਹੁਣ ਹੌਲੀ ਹੌਲੀ ਇੱਥੇ ਜਦੋਂ ਲਹਿਰ ਉੱਠੀ ਨਾ ਸਾਰੇ ਨਾਰਥ ਅਮਰੀਕਾ, ਵੈਸਟਰਨ ਯੂਰਪ, ਫਿਰ ਇਹ ਕੋਸ਼ਿਸ਼ ਕਰਨਗੇ ਕਿ ਉਹਨਾਂ ਦਾ ਸਮਝੌਤਾ ਕਰਾਇਆ ਜਾਵੇ। ਜ਼ੈਲੈਂਸਕੀ ਤੇ ਪ੍ਰੈਸ਼ਰ ਪਾਉਣਗੇ ਕਿ ਭਾਈ ਤੂੰ ਸਾਈਨ ਕਰ, ਐਵੇਂ ਨਾ ਤੁਰਿਆ ਫਿਰ, ਸਾਡੇ ਆ ਜਾਣਾ G7 ਦੇ ਕੋਲ, ਕਿੱਡੀ ਟੇਬਲ ਤੇ ਬੈਠਾ ਹੁੰਦਾ, ਤੈਨੂੰ ਪੈਸੇ ਦੇਈ ਜਾਣੇ। ਉਹ ਪੈਸੇ ਦੀ ਆ ਵੀ ਮੈਨੂੰ ਯੂਕਰੇਨ ਨੂੰ ਇਸ ਵੇਲੇ ਪੈਸੇ ਦੇ ਜਾਣ। ਪੈਸੇ ਇਹ ਵੀ ਦੇਣ ਵਾਲੇ ਹਨ। ਵੈਸੇ ਵੀ ਡਾਕਟਰ ਸਾਹਿਬ ਜ਼ੈਲੈਂਸਕੀ ਸਾਹਿਬ ਵੀਡੀਓ ਕਾਨਫਰੰਸ ਦੇ ਰਾਹੀਂ ਆਪਾਂ ਦੇਖਦੇ ਹੀ ਆ ਪੇਸ਼ ਹੋ ਜਾਂਦੇ ਨੇ ਥੋੜੇ ਜਿਹੇ ਦਿਨਾਂ ਤੋਂ ਬਾਅਦ। ਜਿਹੜੀ ਵੀ ਕੋਈ ਕਾਨਫਰੰਸ ਹੁੰਦੀ ਹੈ ਤੇ ਉੱਥੇ ਜਾ ਕੇ ਹਮੇਸ਼ਾ ਇਹੀ ਕਹਿੰਦੇ ਆ ਕਿ ਵੈਸਟ ਨੂੰ ਮੇਰੀ ਮਦਦ ਕਰਨੀ ਚਾਹੀਦੀ ਹੈ, ਵੈਸਟ ਨੂੰ ਮੇਰੀ ਮਦਦ ਕਰਨੀ ਚਾਹੀਦੀ ਹੈ। ਜਿਸ ਕੰਟਰੀ ਦੇ ਟ੍ਰੈਜਰੀ ਬੌਂਡਸ ਨਹੀਂ ਵਿਕਦੇ ਨੇ ਇੰਟਰਨੈਸ਼ਨਲ ਮਾਰਕੀਟ ਤੇ, ਜਿਹੜੀਆਂ ਏਜੰਸੀਜ਼ ਉਹਨਾਂ ਦੇ ਟ੍ਰੈਜਰੀ ਬੌਂਡਸ ਖਰੀਦੀਆਂ ਹੁੰਦੀਆਂ ਸੀ, ਕਿਉਂਕਿ ਇੰਡੀਵਿਜੂਅਲ ਵੀ ਖਰੀਦੇ ਬਹੁਤ ਘੱਟ, ਉਹ ਖਰੀਦ ਕੇ ਤੇ ਗਾਹਾਂ ਵੇਚਦੀਆਂ, ਸਰਕਾਰਾਂ ਨੂੰ ਵੇਚਦੀਆਂ, ਏਜੰਸੀਜ਼ ਨੂੰ ਵੇਚਦੀਆਂ, ਕਾਰਪੋਰੇਸ਼ਨਸ ਨੂੰ ਵੇਚਦੀਆਂ। ਉਸ ਕੰਟਰੀ ਦੇ ਕੋਲ ਹੁਣ ਪੈਸਾ ਹੀ ਹੈ ਨਹੀਂ, ਲੜਾਈ ਲੱਗੀ ਹੋਈ ਆ ਤੇ ਤੁਹਾਡੇ ਕੋਲ ਬੌਂਡਸ ਵਿਕਨੇ ਰਹੇ। ਉਹ ਕੋਸ਼ਿਸ਼ ਕਰ ਰਿਹਾ ਕਿ ਵੈਸਟ ਵਾਲੇ ਉਹਨੂੰ ਪੈਸੇ ਦੇ ਦੇਣ। ਵੈਸਟ ਵਾਲੇ ਵੀ ਇੰਨੇ ਸ਼ੈਤਾਨ ਹੈ ਕਿ ਸਾਰੇ ਸੈਂਕਸ਼ਨ ਲਾਉਣ ਦੇ ਬਾਵਜੂਦ ਵੀ ਉਹਨਾਂ ਨਾਲ ਟ੍ਰੇਡ ਕਰੀ ਜਾਂਦੇ। ਹਾਂਜੀ, ਅੱਛਾ, ਉਦੋਂ ਬਾਅਦ ਜਦੋਂ ਜਿਹੜੇ ਹਥਿਆਰ ਵੈਸਟ ਦੇ ਵਿੱਚੋਂ ਦਿੰਦੇ ਆ, ਇੱਥੋਂ ਦਿੰਦੇ, ਚਾਹੇ ਕੈਨੇਡਾ ਚੋਂ ਜਾਣ, US ਤੋਂ ਜਾਣ, ਇਹ ਤਾਂ ਆਪਣੀਆਂ ਕੰਪਨੀਆਂ ਦੀ ਮਦਦ ਕਰ ਰਹੇ ਆ ਜੀ। ਜਿਹੜੀ ਵੀ ਹਥਿਆਰ ਖਰੀਦਣਾ ਤੁਸੀਂ US ਦੇ ਵਿੱਚ, ਇਹਨਾਂ ਦੀ ਕੰਪਨੀ ਦੀ ਮਦਦ ਹੈ। ਹਾਂਜੀ, ਉਹਨਾਂ ਯੂਕਰੇਨ ਵਾਲਿਆਂ ਨੂੰ ਤਾਂ ਕੋਈ ਫਾਇਦਾ ਨਹੀਂ, ਉਹਨਾਂ ਦੇ ਕੋਲ ਤਾਂ ਪਹੁੰਚੇ ਹੀ ਨਹੀਂ ਉਹ ਹਥਿਆਰ ਜੀ। ਹੁਣ ਉਹਨਾਂ ਦੇ ਕਮਾਂਡਰਜ਼ ਨੇ ਇੱਧਰ ਉੱਧਰ ਕਰ ਦਿੱਤੇ ਆ ਕਿ ਰਾਹ ਦੇ ਵਿੱਚ ਜਿਹੜੀਆਂ ਕੰਪਨੀਆਂ ਭੇਜ ਰਹੀਆਂ ਉਹੀ ਇੱਧਰ ਉੱਧਰ ਕਰੀ ਜਾਂਦੀਆਂ। ਹਾਂਜੀ, ਜਿਹੜੇ ਇੱਥੇ 40 ਬਿਲੀਅਨ ਦੇ ਲੈ ਕੇ ਆਏ ਆ, ਇਹ ਮਾਰਕੀਟ ਦੇ ਵਿੱਚ, ਬਲੈਕ ਮਾਰਕੀਟ 'ਚ 100 ਬਿਲੀਅਨ ਦੇ ਵਿਕੇ ਹੋਏ। ਹਾਂਜੀ, ਸੋ ਜ਼ੈਲੈਂਸਕੀ ਸਾਹਿਬ ਨੂੰ ਹੁਣ ਪਤਾ ਲੱਗਦਾ ਕਿ ਪੋਲਿਟਿਕਸ ਦੇ ਵਿੱਚ ਕਮੇਡੀਅਨ
ਠੀਕ ਹੈ ਪਹਿਲਾਂ ਤੁਸੀਂ ਇਲੈਕਸ਼ਨ ਜਿੱਤ ਸਕਦੇ ਆ ਪਰ ਉਹ ਸਰਕਾਰ ਚਲਾਉਣੀ ਬਹੁਤ ਔਖੀ ਹੈ। ਹਾਂਜੀ ਸਰਕਾਰ ਦੇ ਵਿੱਚ ਕਈ ਕੁਛ ਹੀ ਕਰਨਾ ਪੈਂਦਾ ਜਿਨ੍ਹਾਂ ਪਹਿਲਾਂ ਇਹਨੂੰ ਕੰਪਰੋਮਾਈਜ਼ ਕਰਨਾ ਚਾਹੀਦਾ ਸੀ ਉਹ ਇਹਨਾਂ ਨੇ ਕੀਤਾ ਨਹੀਂ ਤੇ ਹੁਣ ਫਸ ਗਏ ਆ। ਹਾਂਜੀ 70% ਯੂਕਰੇਨੀਅਨ ਬੰਦੇ ਕਹਿ ਰਹੇ ਕਿ ਸਾਡਾ ਪ੍ਰੈਜ਼ੀਡੈਂਟ ਰਿਸਪੌਂਸੀਬਲ ਹੈ। ਹਾਂਜੀ ਇਹ ਸਰਵੇ ਵੀ ਉਹਨਾਂ ਦਾ ਆਇਆ ਜਿਨ੍ਹਾਂ ਦੇ ਮੁਲਕ ਦੇ ਵਿੱਚ ਪਹਿਲਾਂ ਤਾਂ ਉਹਨੇ ਆਪੋਜੀਸ਼ਨ ਸਾਰੀ ਜੇਲ੍ਹ 'ਚ ਦਿੱਤੀ ਹੈ। ਹਾਂਜੀ ਵੀ ਉਹ ਬੋਲਣ ਨਾ ਉਹਦੇ ਬਾਵਜੂਦ ਵੀ ਬਲੌਗਿੰਗ ਨਹੀਂ ਉੱਥੇ ਕਰਨ ਦਿੰਦੇ ਕਿਸੇ ਨੂੰ। ਹਾਂਜੀ ਟੀਵੀ ਤੇ ਕੋਈ ਨਹੀਂ ਸ਼ੋਅ ਕਰ ਸਕਦਾ ਵੀ ਜਿਹੜਾ ਜ਼ੈਲੈਂਸਕੀ ਨੂੰ ਕ੍ਰਿਟਿਸਾਈਜ਼ ਕਰ ਦੇਵੇ। ਸਭ ਕੁਝ ਕਰਨ ਦੇ ਬਾਵਜੂਦ ਵੀ ਲੋਕੀ ਫੇਰ ਵੀ ਤੰਗ ਆਏ ਪਏ ਆ। ਹਾਂਜੀ ਤੇ ਕਿਸੇ ਦਿਨ 70% ਨੇ 90% ਵੀ ਬਣਨਾ। ਹਾਂਜੀ ਹੌਲੀ ਹੌਲੀ ਬਣਨੇ ਆ। ਜਦੋਂ ਬੰਬ ਰੋਜ਼ ਡਿੱਗਦੇ ਹੁਣ ਫਿਰ ਲੋਕਾਂ ਦਾ ਖਿਆਲ ਬਦਲ ਜਾਂਦਾ। ਹਾਂਜੀ ਡਾਕਟਰ ਸਾਹਿਬ ਬਿਲਕੁਲ ਕੋਈ ਵੀ ਇਨਸਾਨ ਜਿਹੜਾ ਆ ਉਹ ਜੰਗ ਦੇ ਵਿੱਚ ਨਹੀਂ ਰਹਿ ਸਕਦਾ ਨਾ ਰਹਿਣਾ ਚਾਹੁੰਦਾ ਹੈ। ਹਾਂਜੀ ਸਭ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ। ਜਿਹੜੇ ਰੀਜਨ ਦੀ ਇਹ ਗੱਲ ਕਰਦਾ ਡਨਬਸ ਰੀਜਨ ਉਹ ਹੈਗਾ ਉੱਥੇ ਦੇ ਲੋਕੀ ਰਸ਼ੀਅਨ ਬੋਲਦੇ ਵੈਸੇ ਉਹ ਵੈਸੇ ਵੀ ਪਹਿਲਾਂ ਵੀ ਰਸ਼ੀਆ ਦੇ ਨਾਲ ਉਹਨਾਂ ਦੇ ਤਾਲੁਕਾਤ ਚੰਗੇ ਹੁੰਦੇ ਸੀ। ਹੁਣ ਉਹਨਾਂ ਨੇ ਆਟੋਨੋਮਸ ਰੀਜਨ ਆਪਣੇ ਆਪ ਨੂੰ ਕਹਿਤਾ ਤੇ ਦੁਨੀਆ ਭਰ ਦੇ ਜਿਹੜੇ ਪ੍ਰੋ ਰਸ਼ੀਅਨ ਕੰਟਰੀਜ਼ ਆ ਉਹਨਾਂ ਨੇ ਰੈਕਗਨਾਈਜ਼ ਵੀ ਕਰ ਲੈਣਾ। ਸੋ ਇਹਨਾਂ ਦੀ ਉਹੀ ਗੱਲ ਹੋਣੀ ਆ ਕਿ ਸਾਰਾ ਕੁਝ ਗਵਾ ਕੇ ਉਦੋਂ ਬਾਅਦ ਸ਼ਾਂਤੀ ਕਰਨੀ। ਹਾਂਜੀ ਤੇ ਸ਼ਾਂਤੀ ਕਰਨੀ ਕਿਹਨਾਂ ਦੇ ਨਾਲ ਜਿਹੜੀ ਲੜਾਈ ਜਿੱਤ ਰਹੇ। ਹਾਂਜੀ ਤੁਸੀਂ ਹਾਰੇ ਥੱਲੇ ਪਏ ਸਾਈਨ ਕਰ ਰਹੇ ਤੇ ਜ਼ੈਲੈਂਸਕੀ ਇਸ ਵੇਲੇ ਮੇਰਾ ਖਿਆਲ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੋਣੀ ਨੀਂਦ ਦੀਆਂ ਗੋਲੀਆਂ ਖਾਂਦੇ ਹੋਣੇ ਤੇ ਇਹਦੇ ਨਾਲ ਹੀ ਤੁਸੀਂ ਅੱਜ ਦਾ ਵਿਚਾਰ ਦੱਸੋ। ਹਾਂਜੀ ਡਾਕਟਰ ਸਾਹਿਬ ਅੱਜ ਦਾ ਵਿਚਾਰ ਹੈ ਜੀ ਤਜਰਬਾ ਉਹ ਕੰਘੀ ਹੈ ਜਿਹੜੀ ਗੰਜੇ ਹੋਣ ਤੋਂ ਬਾਅਦ ਮਿਲਦੀ ਹੈ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।